ਜਿਹੜੇ ਬੱਚੇ ਵਿਕਲਾਂਗ ਜਨਮ ਲੈ ਰਹੇ ਨੇ, ਜਿਹੜੇ ਦਿਮਾਗੀ ਤੌਰ ਤੇ ਠੀਕ ਨਹੀਂ, ਉਹਦਾ ਕਾਰਨ ਪੈਸਟੀਸਾਈਡ ਫਰਟੀਲਾਈਜ਼ਰ ਵੀ ਆ। ਯੂਨੀਵਰਸਿਟੀ ਕੋਲ ਵੀ ਮਾਡਲ ਨਹੀਂ ਹੈ ਜਿਹੜਾ ਸਾਡੇ ਕੋਲ ਮਾਡਲ ਹੈ। ਅਸੀਂ 85% ਪਾਣੀ ਦੀ ਬਚਤ ਕਰਦੇ ਹਾਂ ਕਿਉਂਕਿ ਸਾਡੇ ਕੋਲ ਡ੍ਰਿਪ ਸਿਸਟਮ ਹੀ ਆ, ਸਪ੍ਰਿੰਕਲਰ ਸਿਸਟਮ ਹੀ ਆ, ਔਰ ਇਹ ਖੇਤੀ ਇੰਨੀ ਕਾਮਯਾਬ ਹੋਈ ਆ ਕਿ ਇੱਥੇ ਮੇਲਾ ਲੱਗਾ ਰਹਿੰਦਾ, ਲੋਕ ਵੇਖਣ ਵਾਲਿਆਂ ਦੀ ਬੜੀ ਭੀੜ ਲੱਗੀ ਰਹਿੰਦੀ ਆ। ਸਾਡੇ ਕੋਲ 32 ਲੇਡੀਜ਼ ਕਿਸਾਨ ਜਿਹੜੀਆਂ ਅਸੀਂ ਨੇਪਾਲ ਦੀਆਂ ਇੱਥੇ ਆਈਆਂ ਦੇਖਣ ਵਾਸਤੇ, ਮਿਸ਼ੀਗਨ ਯੂਨੀਵਰਸਿਟੀ ਤੋਂ ਵੀ ਆ ਰਹੇ ਨੇ। ਇਹ 33% ਜਿਹੜੇ ਦਰਖਤ ਧਰਤੀ ਤੇ ਚਾਹੀਦੇ ਸੀ ਉਹ ਇਸ ਵੇਲੇ ਕਿਤੇ 5.1 ਰਹਿ ਗਏ, ਕਿਤੇ 5.4 ਰਹਿ ਗਏ, ਕਿਤੇ 4.1 ਰਹਿ ਗਏ। ਔਰ ਇਹ ਜਿਹੜੀ ਇੰਨੀ ਮਿਕਦਾਰ ਦਰਖਤਾਂ ਦੀ ਘਟ ਗਈ ਆ ਔਰ ਮਨੁੱਖ ਦੀ ਹੋਂਦ ਨੂੰ ਬੜਾ ਵੱਡਾ, ਆਲ ਲਿਵਿੰਗ ਥਿੰਗ ਦੀ ਹੋਂਦ ਨੂੰ ਬੜਾ ਵੱਡਾ ਖਤਰਾ ਪੈਦਾ ਹੋ ਗਿਆ ਜੀ। ਜਿੰਨੇ ਆਪਾਂ ਕਿਸਾਨ ਇੱਥੇ ਬੈਠੇ ਜੇ ਆਪਾਂ ਇੱਥੋਂ ਹੀ ਇੱਕ ਪਰਨ ਲੈ ਕੇ ਚੱਲੀਏ ਵੀ ਅਸੀਂ 1 ਏਕੜ 'ਚ 4 ਲਾਈਏ, 3 ਲਾਈਏ, ਤੇ ਕਿਹੜੇ ਰੁੱਖ ਹੋ ਸਕਦੇ ਜਿਨ੍ਹਾਂ ਨਾਲ ਫਸਲ ਦਾ ਨੁਕਸਾਨ ਨਾ ਹੋਵੇ? ਦੇਖੋ ਜੀ, ਸਾਡੀ ਬੇਨਤੀ ਆ, ਕਾਹਨ ਸਿੰਘ ਪੰਨੂ ਜੀ ਡਿਪਟੀ ਕਮਿਸ਼ਨਰ ਸੀ, ਉਹਨਾਂ ਨੇ ਕਿਹਾ ਸੀਗਾ ਸਾਰੇ ਕਿਸਾਨ ਵੀਰਾਂ ਨੂੰ ਕਿ ਆਪਣੇ ਟਿਊਬਵੈੱਲ ਤੇ ਘੱਟੋ ਘੱਟ 2 ਦਰਖਤ ਲਾਓ। ਅਗਰ ਵੁੱਡ ਜਿਹੜਾ ਆ ਇਹ ਨੈਚੁਰਲ ਸੈਂਟ ਨਿਕਲਦਾ, 9 ਸਾਲ ਬਾਅਦ ਇਹ ਪੌਦਾ ਜਿਹੜਾ ਆ 2 ਤੋਂ 2.5 ਕਰੋੜ ਦਾ ਇਹ ਪੌਦਾ ਜਿਹੜਾ 9 ਸਾਲ ਬਾਅਦ ਹੋਏਗਾ। ਐਲੋਵੀਰਾ ਜਿਹੜਾ ਆ ਉਹ ਤੁਹਾਡੀ ਅਸਲ ਕਰੀਮ ਆ, ਉਹ ਹਰ ਘਰ ਦੇ ਵਿੱਚ ਹੋਣਾ ਚਾਹੀਦਾ। ਨਿਆਜ਼ ਬੋਝ ਹਰ ਘਰ 'ਚ, ਕੜੀ ਪੱਤਾ ਹਰ ਘਰ ਦੇ ਵਿੱਚ ਹੋਣਾ ਚਾਹੀਦਾ, ਪੁਦੀਨਾ ਹਰ ਘਰ 'ਚ। ਗੀਰ ਨੇ 68.9 ਲੀਟਰ ਦੁੱਧ ਦਿੱਤਾ, ਬ੍ਰਾਜ਼ੀਲ ਦੇ ਵਿੱਚ ਕੰਪੀਟੀਸ਼ਨ ਦੇ ਵਿੱਚ ਫਸਟ ਆਈ ਇੰਡੀਅਨ ਗਾਂ। ਅਸੀਂ ਹੋਸਟਨ ਜਰਸੀ ਬਾਹਰੋਂ ਲਿਆ ਰਹੇ ਆ ਜਿਹਦਾ ਦੁੱਧ ਪੀਣ ਵਾਲਾ ਨਹੀਂ। HF ਦਾ ਦੁੱਧ ਜਿਹੜਾ ਆ ਉਹਦੇ ਵਿੱਚ A1 ਪ੍ਰੋਟੀਨ ਦੇ ਵਿੱਚ ਟੌਕਸਿਸ ਆ, ਪੋਇਜ਼ਨ ਆ। ਜਿੰਨੀਆਂ ਗਾਵਾਂ ਸੜਕ ਤੇ ਫਿਰ ਰਹੀਆਂ ਨੇ, ਉਹ ਗਾਵਾਂ ਜਦੋਂ ਇੱਥੇ ਅਸੀਂ ਲਿਆਉਨੇ ਆ, ਸਾਡੇ ਕੋਲ ਬੋਲਿਆ ਆਉਂਦਿਆਂ ਹੀ ਪ੍ਰੈਗਨੈਂਟ ਹੋ ਜਾਂਦੀਆਂ ਆ। ਸਪਰੇਅ ਤੇ ਖਾਦ ਤੁਸੀਂ ਅਵਾਇਡ ਕਰਦੇ ਹੋ, ਤੁਸੀਂ ਨਹੀਂ ਵਰਤੋਂ ਕਰਦੇ, ਫਿਰ ਇਹਨਾਂ ਦੀ ਜਗ੍ਹਾ ਤੇ ਕਿਹੜੀ ਪ੍ਰੋਸੈਸ ਆ ਜਾਂ ਕਿਹੜਾ ਮਟੀਰੀਅਲ ਹੈ ਜਿਹੜਾ ਤੁਸੀਂ ਵਰਤਦੇ ਹੋ ਤੇ ਜਿਨ੍ਹਾਂ ਦੇ ਕਰਕੇ ਜਿਹੜਾ ਸਪਰੇਅ ਖਾਦ ਦੀ ਲੋੜ ਨਹੀਂ ਪੈਂਦੀ? ਖਾਦ ਦੀ ਸਾਨੂੰ ਕੋਈ ਲੋੜ ਨਹੀਂ, ਅਸੀਂ ਬਣਾਉਂਦੇ ਜੀਵ ਅੰਮ੍ਰਿਤ। ਮੈਂ ਦੱਸ ਚੁੱਕਾ ਕਿ ਮਿੱਤਰ ਕੀਟ ਜਿਹੜੇ 85% ਰਾਤ ਦਿਨ ਸਾਡੀ ਖੇਤੀ ਵਾਸਤੇ ਕੰਮ ਕਰਦੇ ਆ। 2007 ਤੋਂ ਅੱਜ ਤੱਕ ਕਦੀ ਵੀ ਜ਼ਰੂਰਤ ਨਹੀਂ ਪਈ ਕਿ ਸਾਨੂੰ ਕੋਈ ਫਰਟੀਲਾਈਜ਼ਰ ਚਾਹੀਦੀ ਆ, ਸਾਨੂੰ ਕੋਈ ਪੈਸਟੀਸਾਈਡ, ਇਨਸੈਕਟਿਸਾਈਡ, ਕੁਛ ਵੀ ਲੋੜ ਨਹੀਂ। ਵਾਤਾਵਰਨ ਜੇ ਡਿਸਟਰਬ ਆ ਤੇ ਅਸੀਂ ਚੈਨ ਦੀ ਨੀਂਦ ਨਹੀਂ ਲੈ ਸਕਦੇ। ਰੁੱਖ ਹੈ, ਮਨੁੱਖ ਹੈ, ਜੇ ਰੁੱਖ ਨਹੀਂ ਤੇ ਮਨੁੱਖ ਨਹੀਂ। ਸਤਿ ਸ਼੍ਰੀ ਅਕਾਲ ਜੀ ਦੋਸਤੋ, ਮੈਂ ਤੁਹਾਡਾ ਸਤਿੰਦਰ ਵਿਰਕ ਤੇ ਤੁਸੀਂ ਜੁੜੇ ਹੋਏ ਹੋ ਜੀ ਕੇਅਰ ਏਸ਼ੀਆ ਟੀਵੀ ਦੇ ਨਾਲ। ਤੇ ਆਪਣਾ ਹਰ ਵਾਰ ਦੀ ਤਰ੍ਹਾਂ ਦਾ ਜਿਹੜਾ ਕਮਿਟਮੈਂਟ ਹੁੰਦਾ ਤੁਹਾਡੇ ਸਾਰਿਆਂ ਦੇ ਨਾਲ ਕਿ ਆਪਾਂ ਸਮਾਜਿਕ ਮੁੱਦਿਆਂ ਨੂੰ ਲੈ ਕੇ ਜਿਹੜੇ ਬਰਨਿੰਗ ਸਬਜੈਕਟ ਜਿਨ੍ਹਾਂ ਨੂੰ ਵੀ ਆਪਾਂ ਕਹਿ ਦਿੰਦੇ ਹਾਂ, ਜਿਹੜੇ ਸਮੇਂ ਦੇ ਅਨੁਕੂਲ ਜੋ ਚੱਲ ਰਹੀਆਂ ਹੁੰਦੀਆਂ ਚੀਜ਼ਾਂ, ਉਹ ਮੁੱਦੇ, ਉਹਨਾਂ ਬਾਰੇ ਵੀ ਚਰਚਾ ਸਾਡੀ ਚੱਲਦੀ ਰਹਿੰਦੀ ਆ। ਪੌਣ ਪਾਣੀ ਨੂੰ ਲੈ ਕੇ ਵੀ ਚਰਚਾ ਸਾਡੀ ਚੱਲਦੀ ਰਹਿੰਦੀ ਆ। ਤੇ ਸਾਡੀ ਜਿਹੜੀ ਚੰਗੀ ਸਿਹਤ ਦੇ ਲਈ ਜਿਹੜਾ ਕੁਦਰਤੀ ਤੌਰ ਤੇ ਜਿਹੜਾ ਖਾਣਾ, ਜਿਵੇਂ ਮਿਲਟਸ ਹੁੰਦੇ ਆ, ਉਹਨਾਂ ਦੇ ਬਾਰੇ ਵੀ ਆਪਣੀ ਚਰਚਾ ਜਿਹੜੀ ਆ ਚੱਲਦੀ ਰਹਿੰਦੀ ਆ। ਤਾਂ ਐਵੇਂ ਹੀ ਇਸ ਜਿਹੜਾ ਇਹ ਮਿਸ਼ਨ ਆ ਜਿਹੜਾ ਅਸੀਂ ਉਹਨੂੰ ਲੈ ਕੇ ਅਸੀਂ ਵੱਖ-ਵੱਖ ਜਿਹੜੇ ਹੁੰਦੇ ਆ ਸ਼ਖਸੀਅਤਾਂ ਜਿਹੜੀਆਂ ਵੱਖ-ਵੱਖ ਇੱਦਾਂ ਦੇ ਕੰਮਾਂ ਦੇ ਲਈ ਬਹੁਤ ਵੱਡਾ ਯੋਗਦਾਨ ਪਾ ਰਹੇ ਹੁੰਦੇ ਆ, ਸਾਇਲੈਂਟ ਹੁੰਦੇ ਆ, ਪਰ ਆਪਾਂ ਚਾਹੁੰਦੇ ਆ ਕਿ ਉਹ ਸਾਰਿਆਂ ਸਾਹਮਣੇ ਆਪਣੇ ਜਿਹੜੇ ਵਿਚਾਰ ਉਹ ਤੁਹਾਡੇ ਸਾਹਮਣੇ ਰੱਖਣ, ਤਾਂ ਜੋ ਤੁਸੀਂ ਜਿਹੜੇ ਜੁੜੇ ਹੋਏ ਹੋ ਕਿਸੇ ਮਕਸਦ ਕਰਕੇ ਸਾਡੇ ਤੋਂ ਆਧੁਨਿਕ ਜਾਣਕਾਰੀ ਦੇ ਲਈ, ਤਾਂ ਤੁਸੀਂ ਹਰ ਵਾਰ ਦੀ ਤਰ੍ਹਾਂ ਨਵੀਂ ਜਾਣਕਾਰੀ ਲੈ ਕੇ ਅਪਡੇਟ ਹੁੰਦੇ ਰਹੋ। ਸੋ ਅੱਜ ਮੈਂ ਕਿੱਥੇ ਬੈਠਾ ਜੀ? ਅੱਜ ਹੈਗਾ ਜੀ ਜੰਡਿਆਲਾ ਗੁਰੂ, ਅੰਮ੍ਰਿਤਸਰ ਤੋਂ ਥੋੜ੍ਹੀ ਦੂਰ ਆ ਜੀ। ਉੱਥੇ ਅੱਗੇ ਹੈਗਾ ਜੀ ਪਿੰਗਲਵਾੜਾ, ਜਿਹੜਾ ਭਗਤ ਪੂਰਨ ਸਿੰਘ ਜੀ ਉਹਨਾਂ ਦੀ ਸ਼ਾਖਾ ਸੀ, ਉਹਨਾਂ ਦਾ ਜਿਹੜਾ ਸ਼ਾਖਾ ਦੀ ਇੱਕ ਮੋਡਿਊਲ ਆ ਜਿੱਥੇ ਕੁਦਰਤੀ ਖੇਤੀ ਕਿਵੇਂ ਕਰੀਏ, ਜਿਹੜੀ ਆ ਬੁੱਕ 'ਤੇ ਵੀ ਲਿਖਿਆ ਹੋਇਆ। ਤਾਂ ਇੱਥੇ ਇੱਥੋਂ ਦੇ ਜਿਹੜੇ ਸੰਸਥਾ ਦੇ ਇੰਚਾਰਜ ਨੇ, ਸਰਦਾਰ ਰਾਜਵੀਰ ਸਿੰਘ ਇੰਚਾਰਜ ਨੇ ਇੱਥੋਂ ਦੇ। ਸੋ ਇਹ ਭਗਤ ਪੂਰਨ ਸਿੰਘ ਕੁਦਰਤੀ ਖੇਤੀ ਫਾਰਮ ਆ ਜੀ, ਅਤੇ ਖੋਜ ਕੇਂਦਰ ਆ ਜਿੱਥੇ ਯੂਨੀਵਰਸਿਟੀ ਦੁਆਰਾ ਵੀ ਕਈ ਚੀਜ਼ਾਂ ਜਿਹੜੀਆਂ ਉਹਨਾਂ ਤੋਂ ਜਾਣਕਾਰੀ ਲੈ ਕੇ ਇੱਥੇ ਜਿਹੜੀ ਉਹਨਾਂ ਦੀ ਉਗਾਈ ਕੀਤੀ ਜਾਂਦੀ ਆ। ਇਸ ਤੋਂ ਇਲਾਵਾ ਇੱਥੇ ਰਿਸਰਚ ਕਰਕੇ ਇਹਨਾਂ ਦੇ ਆਪਣੇ ਤਰੀਕੇ ਦੇ ਨਾਲ ਵੀ ਬਹੁਤ ਸਾਰੇ ਇੱਦਾਂ ਦੇ, ਜਿਵੇਂ ਪਾਪੂਲਰ ਨੂੰ ਲੈ ਕੇ ਸਰ ਉਹਨਾਂ ਨੇ ਬਹੁਤ ਸੋਹਣੀ ਜਾਣਕਾਰੀ ਦਿੱਤੀ ਆ ਕਿ ਜਿਹੜੀ ਅਜੇ ਹੋ ਸਕਦਾ ਕਿ ਯੂਨੀਵਰਸਿਟੀ ਪਾਪੂਲਰ ਨੂੰ ਲੈ ਕੇ ਅਜੇ ਉਨੀ ਅਪਡੇਟ ਨਹੀਂ ਹੈਗੀ। ਤਾਂ ਬਹੁਤ ਸਾਰੀਆਂ ਜਾਣਕਾਰੀਆਂ ਆਪਾਂ ਸਰ ਦੇ ਨਾਲ ਲਵਾਂਗੇ ਤੇ ਤੁਸੀਂ ਸਾਡੇ ਨਾਲ ਜੁੜੇ ਰਹੋ। ਸਰ ਸਤਿ ਸ਼੍ਰੀ ਅਕਾਲ ਜੀ। ਕੇਅਰ ਏਸ਼ੀਆ ਟੀਮ ਜਿਹੜੀ ਆਪ ਜੀ ਦਾ ਸਵਾਗਤ ਕਰਦੀ ਹੈ ਜੀ। ਆਏ ਹੋਏ ਦਰਸ਼ਕਾਂ ਨੂੰ, ਕਿਸਾਨ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ। ਔਰ ਚੈਨਲ ਵਾਲੇ ਵੀਰਾਂ ਨੂੰ ਵੀ ਸਾਡੇ ਵੱਲੋਂ ਬਹੁਤ ਮੁਬਾਰਕਾਂ ਕਿ ਤੁਸੀਂ ਇਹੋ ਜਿਹੇ ਮੌਸਮ ਦੇ ਵਿੱਚ ਸਾਡੇ ਕੋਲ ਪਹੁੰਚੇ ਹੋ। ਤੁਹਾਨੂੰ ਜੀ ਆਇਆਂ ਨੂੰ।
ਨਹੀਂ ਸਰ, ਸਾਡੇ ਸੁਭਾਗ ਨੇ ਜੀ। ਸਰ ਨੂੰ ਮੁਲਾਕਾਤ ਸੀ ਸਾਡੀ ਮੇਨ ਮਕਸਦ, ਪਰ ਅੱਜ ਬਹੁਤ ਸਾਰੀਆਂ ਸ਼ਖਸੀਅਤਾਂ, ਬਹੁਤ ਪਰਮ ਰੂਹਾਂ ਜਿਹੜੀਆਂ ਸਾਨੂੰ ਉਹਨਾਂ ਦੇ ਦਰਸ਼ਨ ਹੋਏ ਨੇ, ਕਿਉਂਕਿ ਉਹ ਵੀ ਸਰ ਤੋਂ ਆਧੁਨਿਕ ਖੇਤੀ ਬਾਰੇ ਜਾਣਕਾਰੀ ਲੈਣ ਦੇ ਲਈ ਉਹ ਇੱਥੇ ਪਹੁੰਚੇ ਹੋਏ ਸੀ। ਸਾਡੇ ਕਿਸਾਨ ਵੀਰ ਨੇ, ਜਾਂ ਮੈਨੂੰ ਲੱਗਦਾ ਵੀ ਕਈਆਂ ਨੇ ਵਿੱਚੋਂ ਐਡਰੈਸ ਵੀ ਸੀ, ਮੈਨੂੰ ਲੱਗਦਾ ਉਹ ਵਲੰਟੀਅਰ ਜਾਂ ਸਟੂਡੈਂਟ ਵੀ ਹੋ ਸਕਦੇ ਆ ਕਿਸੇ ਯੂਨੀਵਰਸਿਟੀ ਦੇ, ਤੇ ਇਹ ਵੀ ਬੈਠੇ ਹੋਏ ਨੇ। ਸੋ ਆਪਾਂ ਸਾਰੇ ਇੱਕ ਖੁੰਡ ਵਿਚਾਰ ਚਰਚਾ ਜਿਹੜੀ ਕਰਾਂਗੇ, ਸਰ ਦੇ ਨਾਲ ਸਾਡੀ ਗੱਲਬਾਤ ਹੋਊਗੀ ਵੱਖ-ਵੱਖ ਵਿਸ਼ਿਆਂ ਨੂੰ ਲੈ ਕੇ। ਤੇ ਮੈਂ ਚਾਹਾਂਗਾ ਕਿ ਜਿੰਨੇ ਵੀ ਪਤਵੰਤੇ ਸਾਡੇ ਸੱਜਣ ਬੈਠੇ ਹੋਏ, ਉਹ ਵੀ ਵੱਖ-ਵੱਖ ਤਰ੍ਹਾਂ ਦੇ ਕੁਐਸਚਨ ਜਿਹੜੇ ਉਹਨਾਂ ਦੇ ਦਿਮਾਗ ਦੇ ਵਿੱਚ ਰਾਈਜ਼ ਹੁੰਦੇ ਆ, ਜਿਹੜਾ ਕੰਮ ਉਹ ਕਰ ਰਹੇ ਨੇ ਉਹਨਾਂ ਦੇ ਮੁਤਾਬਕ ਉਹਨਾਂ ਨੂੰ ਜਾਣਕਾਰੀ ਚਾਹੀਦੀ, ਤਾਂ ਉਹ ਵੀ ਆਪਣਾ ਪੱਖ ਰੱਖ ਸਕਦੇ ਆ। ਤਾਂ ਆਪਾਂ ਸਰ ਤੋਂ ਜਿਹੜੇ ਖੇਤੀ ਨਾਲ ਸੰਬੰਧਿਤ ਜਿਹੜੀ ਜਾਣਕਾਰੀ ਲਵਾਂਗੇ। ਸਰ, ਸਭ ਤੋਂ ਪਹਿਲਾਂ ਤਾਂ ਜੀ ਜਿਹੜਾ ਤੁਸੀਂ ਉਪਰਾਲਾ ਕਰ ਰਹੇ ਹੋ ਜੀ, ਇਹ ਬਹੁਤ ਸ਼ਲਾਘਾਯੋਗ ਆ, ਤੇ ਮੇਰੀ ਬੜੀ ਪੁਰਾਣੇ ਸਮੇਂ ਤੋਂ ਇੱਛਾ ਸੀ ਕਿ ਮੈਂ ਇੱਥੇ ਆਣ ਕੇ ਇਹ ਚੀਜ਼ ਕਵਰ ਕਰਾਂ। ਤੇ ਆਪ ਜੀ ਪਲੀਜ਼ ਮੈਨੂੰ ਸਭ ਤੋਂ ਪਹਿਲਾਂ ਇਹ ਦੱਸੋ ਕਿ ਤੁਸੀਂ ਇਹ ਸ਼ਾਖਾ ਦੇ ਨਾਲ ਕਿਵੇਂ ਜੁੜੇ, ਤੇ ਉਸ ਤੋਂ ਬਾਅਦ ਜਿਹੜਾ ਇਹ ਇੱਥੋਂ ਦਾ ਮੁੱਖ ਪ੍ਰਬੰਧ ਆ ਉਹ ਆਪ ਜੀ ਕੋਲ ਕਿਵੇਂ ਆਇਆ ਜੀ? ਭਗਤ ਪੂਰਨ ਸਿੰਘ ਜੀ ਪਿੰਗਲਵਾੜੇ ਦੇ ਫਾਊਂਡਰ ਸਨ। ਪਾਕਿਸਤਾਨ ਤੋਂ ਆਣ ਕੇ ਉਹਨਾਂ ਨੇ ਇੱਕ ਪਿਆਰਾ ਜਿਹਦਾ ਨਾਂ ਸੀ ਬੱਚੇ ਦਾ, ਜਿਹੜਾ ਚੱਲ ਫਿਰ ਨਹੀਂ ਸੀ ਸਕਦਾ, ਬੋਲ ਨਹੀਂ ਸੀ ਸਕਦਾ, ਉਹਨੂੰ ਆਪਣੇ ਮੋਢਿਆਂ 'ਤੇ ਚੱਕ ਕੇ ਪਾਕਿਸਤਾਨ ਤੋਂ ਉਹ ਇੱਥੇ ਗੁਰਦੁਆਰਾ ਡੇਰਾ ਸਾਹਿਬ ਲਾਹੌਰ ਤੋਂ ਲੈ ਆਏ ਸੀ। ਇਹ ਸਿਲਸਿਲਾ ਚੱਲਦਾ ਗਿਆ, ਬੜੀ ਲੰਮੀ ਲੜੀ ਆ। ਔਰ ਕਿਵੇਂ ਉਹਨਾਂ ਨੇ ਆਣ ਕੇ ਸਟੇਸ਼ਨ ਦੇ ਉੱਤੇ 1 ਤੋਂ 2 ਮਰੀਜ਼ ਰੱਖੇ, ਫਿਰ ਇੰਦਰ ਪੈਲੇਸ ਸਿਨੇਮਾ ਅੰਮ੍ਰਿਤਸਰ ਰੱਖੇ, ਫਿਰ ਉਹਨਾਂ ਬੱਸ ਸਟੈਂਡ ਦੇ ਕੋਲ ਜਿੱਥੇ ਹੁਣ ਹੈੱਡ ਆਫਿਸ ਪਿੰਗਲਵਾੜੇ ਦਾ ਉਹਨਾਂ ਬਣਾਇਆ। ਔਰ ਨਾਲ ਉਹਨਾਂ ਨੇ ਪਿੰਗਲਵਾੜੇ ਦੇ ਮਰੀਜ਼ ਜਿਹੜੇ ਸੰਭਾਲੇ ਸੀ, ਉਹ ਤਾਂ ਸੰਭਾਲਣੇ ਹੀ ਸੀਗੇ, ਮੰਗ ਕੇ ਲਿਆ ਕੇ ਉਹਨਾਂ ਨੂੰ ਖਾਣਾ ਖਵਾਉਂਦੇ ਸੀ, ਹਸਪਤਾਲ ਲਿਆ ਕੇ ਦਵਾਈ ਬੂਟੀ ਉਹਨਾਂ ਨੂੰ ਦਿੰਦੇ ਸੀ। ਔਰ ਉਹਨਾਂ ਨਾਲ ਵਾਤਾਵਰਨ 'ਤੇ ਬਹੁਤ ਕੰਮ ਕੀਤਾ ਭਗਤ ਜੀ ਨੇ। ਵਾਤਾਵਰਨ 'ਤੇ ਉਹਨਾਂ ਨੇ ਕੰਮ ਕਰਕੇ ਲੋਕਾਂ ਨੂੰ ਦੱਸਿਆ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਗੁਰੂ ਸਾਹਿਬ ਦੇ ਇਸ ਉਪਦੇਸ਼ 'ਤੇ ਚੱਲਾਂਗੇ ਤੇ ਬਚੇ ਰਵਾਂਗੇ, ਨਹੀਂ ਤੇ ਸਾਡਾ ਸਾਰਾ ਕੁਝ ਜਿਹੜਾ ਸੀ ਤਬਾਹ ਹੋ ਜਾਏਗਾ। ਔਰ ਉਸ ਤੋਂ ਬਾਅਦ ਭੈਣ ਡਾਕਟਰ ਇੰਦਰਜੀਤ ਕੌਰ ਜੀ ਭਗਤ ਜੀ ਉਹਨਾਂ ਨੂੰ ਇਹ ਸਾਰਾ ਕੁਝ ਥਾਪ ਗਏ। ਔਰ ਭਗਤ ਜੀ ਦੇ ਜਾਣ ਤੋਂ ਬਾਅਦ ਬੀਬੀ ਇੰਦਰਜੀਤ ਕੌਰ ਕਿੱਤੇ ਵਜੋਂ ਡਾਕਟਰ ਸਨ, ਉਹਨਾਂ ਦਾ ਹਸਪੀਟਲ ਸੀ, ਉਹਨਾਂ ਸਾਰਾ ਕੁਝ ਛੱਡ ਕੇ ਪਿੰਗਲਵਾੜੇ ਵੱਲ ਧਿਆਨ ਦਿੱਤਾ। ਔਰ ਭਗਤ ਜੀ ਦੇ ਨਕਸ਼ੇ ਕਦਮਾਂ 'ਤੇ ਚੱਲਦਾ ਹੋਇਆ ਸੰਗਤਾਂ ਦਾ ਦੇਸ਼ ਵਿਦੇਸ਼ 'ਚ ਇੰਡੀਆ ਦੇ ਵਿੱਚ ਇੰਨਾ ਸਹਿਯੋਗ ਆ। ਔਰ ਪਿੰਗਲਵਾੜੇ ਦਾ ਬਹੁਤ ਵੱਡਾ 7 ਲੱਖ ਦੇ ਕਰੀਬ ਰੋਜ਼ ਦਾ ਖਰਚਾ ਆ। ਔਰ 1800 ਦੇ ਕਰੀਬ ਇਨਮੇਟਸ ਸਾਡੇ ਭੈਣ ਭਰਾ। ਔਰ ਸਾਡੇ ਕੋਲ ਉਹ ਬੱਚੇ ਜਿਹੜੇ ਚੰਗੇ ਭਲੇ ਨੇ, ਲੋਕੀ ਸੜਕਾਂ 'ਤੇ ਸੁੱਟ ਗਏ, ਗੱਡੀਆਂ ਦੇ ਵਿੱਚ ਸੁੱਟ ਗਏ, ਕੋਈ ਬਿਹਾਰ ਤੋਂ, ਕੋਈ ਯੂਪੀ ਤੋਂ, ਬੰਗਲਾਦੇਸ਼ ਵਾਲੀ ਸਾਈਡ ਤੋਂ, ਬੰਗਾਲ ਤੋਂ, ਕੋਈ ਕਿਤੋਂ। ਔਰ ਉਹ ਬੱਚੇ ਜਿਹੜੇ ਆ ਉਹ ਐਮਟੈਕ ਕਰ ਗਏ। ਉਹ ਬੱਚੇ ਜਿਹੜੇ ਸਾਡੇ ਅਸਿਸਟੈਂਟ ਟਾਊਨ ਪਲੈਨਰ ਵੀ ਲੱਗੇ ਹੋਏ ਆ, ਬੱਚੇ ਐਮਏ ਮਿਊਜ਼ਿਕ ਵੀ ਆ, ਬੀਟੈਕ ਵੀ ਆ, ਐਮਟੈਕ ਵੀ ਆ। ਔਰ ਫਿਜ਼ੀਕਲ ਐਜੂਕੇਸ਼ਨ ਦੇ ਉਹਨਾਂ ਨੇ ਡਿਪਲੋਮੇ ਔਰ ਮਾਸਟਰ ਡਿਗਰੀ ਵੀ ਕੀਤੀ ਹੋਈ ਆ। ਭਾਵ ਵੀ ਬੀਬੀ ਜੀ ਉਹਨਾਂ ਦੀ ਪੜ੍ਹਾਈ ਵੱਲ ਵੀ ਧਿਆਨ ਦਿੰਦੇ ਆ। ਹੁਣ ਸਾਡੇ ਕੋਲ ਇਸ ਤਰ੍ਹਾਂ ਡਿਪਲੋਮਾ ਡੈਫ ਬੱਚਿਆਂ ਦਾ, ਜਿਹੜਾ ਡਿਪਲੋਮਾ ਪੰਜਾਬ ਦੇ ਵਿੱਚ ਕਿਤੇ ਨਹੀਂ ਹੈ, ਰੈੱਡ ਕਰਾਸ ਕੋਲ ਵੀ ਨਹੀਂ ਹੈ। ਰੈੱਡ ਕਰਾਸ ਕੋਲ ਬਹੁਤ ਸਾਰੇ ਫੰਡ ਹੈਗੇ ਆ, ਪਰ ਉਹ ਡਿਪਲੋਮਾ ਨਹੀਂ ਹੈ, ਕਿਉਂਕਿ ਸਾਡੇ ਕੋਲ ਬਹੁਤ ਸਾਰੀ ਗਿਣਤੀ ਜਿਹੜੀ ਆ ਪੰਜਾਬ ਦੇ ਵਿੱਚ ਉਹ ਗੂੰਗੇ ਬੋਲੇ ਬੱਚਿਆਂ ਦੀ ਆ, ਜਿਨ੍ਹਾਂ ਦੀ ਸਾਈਨ ਲੈਂਗੁਏਜ ਆ, ਇਸ਼ਾਰੇ ਦੇ ਨਾਲ ਉਹਨਾਂ ਸਮਝਣਾ ਹੁੰਦਾ। ਔਰ ਬੀਬੀ ਜੀ ਨੇ ਬੜਾ ਉਪਰਾਲਾ ਕਰਕੇ ਭਗਤ ਜੀ ਦੇ ਨਕਸ਼ੇ ਕਦਮਾਂ 'ਤੇ ਚੱਲਦਿਆਂ ਉਹ ਡਿਪਲੋਮਾ ਸੈਂਟਰ ਗੌਰਮੈਂਟ ਕੋਲੋਂ ਲਿਆ ਹੋਇਆ। ਔਰ ਉਹਦੇ 'ਚ 30 ਬੱਚੇ ਜਿਹੜੇ ਸਾਡੇ ਕੋਲ ਟ੍ਰੇਨਰ ਲੈ ਰਹੇ, ਗਰੁੱਪ ਕੈਪਟਨ ਸਾਡੇ ਆਰਪੀ ਸਿੰਘ ਜਲੰਧਰ, ਉਹ ਸਾਈਨ ਲੈਂਗੁਏਜ ਦੇ ਨਾਲ ਆਪਣਾ ਕੰਮ ਕਰਨਗੇ, ਜੌਬ ਕਰਨਗੇ, ਪ੍ਰਾਈਵੇਟ ਕੰਪਨੀ 'ਚ ਕਰਨਗੇ, ਭਾਵ ਆਪਣਾ ਰੋਟੀ ਜਿਹੜੀ ਆ ਕਮਾਉਣਗੇ। ਇਸ ਤਰ੍ਹਾਂ ਨੀਡੀ ਬੱਚੇ ਜਿਹੜੇ ਸਾਡੇ ਕੋਲ 5000 ਬੱਚਾ ਜਿਹੜਾ ਪੜ੍ਹਦਾ, ਜਿਹਦੇ ਕੋਲ ਪਿੰਗਲਵਾੜਾ ਕੋਈ ਫੀਸ ਨਹੀਂ ਲੈਂਦਾ, ਟੀਚਰਾਂ ਨੂੰ ਤਨਖਾਹ ਦਿੰਦੇ ਆ ਸੰਗਤ ਦੇ ਸਹਿਯੋਗ ਦੇ ਨਾਲ, ਪਰ ਬੱਚਿਆਂ ਕੋਲੋਂ ਕੋਈ ਪੈਸਾ ਨਹੀਂ ਲਿਆ ਜਾਂਦਾ। ਇਸ ਤਰ੍ਹਾਂ ਲਿੰਬ ਸੈਂਟਰ ਆ ਸਾਡੇ ਕੋਲ, ਨਕਲੀ ਅੰਗ ਬਣਦੇ ਆ, ਕਿਸੇ ਦੀ ਲੱਤ ਕੱਟੀ ਆ, ਬਾਂਹ ਕੱਟੀ ਆ, ਬੈਕਬੋਨ ਪ੍ਰੋਬਲਮ ਆ, ਕਿਸੇ ਦੀ ਸਰਵਾਈਕਲ ਆ, ਔਰ ਉਹ ਨਕਲੀ ਅੰਗ ਬੂਟ ਤੱਕ ਬਣਾ ਕੇ ਉਹ ਜਿਹੜੀ ਲੈਗ ਆ ਉਹ ਲਗਾਈ ਜਾਂਦੀ ਆ। ਇਵੇਂ ਫਿਜ਼ੀਓਥੈਰੇਪੀ ਸੈਂਟਰ ਆ, ਡੈਂਟਲ ਚੇਅਰ ਆ। ਔਰ ਪਿੰਗਲਵਾੜੇ ਦੇ ਬਹੁਤ ਸਾਰੇ ਪ੍ਰੋਜੈਕਟ ਨੇ। ਹੋਮੋਪੈਥੀ ਡਿਸਪੈਂਸਰੀ ਸਰਦਾਰ ਨਿਰਮਲ ਸਿੰਘ ਜੀ ਡਾਕਟਰ ਤੋਂ ਡੇਲੀ ਜਾਂਦੇ ਸੰਡੇ ਛੱਡ ਕੇ, ਔਰ ਰਾਤ ਦਿਨ ਉਹ ਜਿਹੜਾ ਆ ਉਹ ਮਰੀਜ਼ ਜਿਹੜੀ ਸਾਡੀ ਉਹ ਦਵਾਈ ਹੋਮੋਪੈਥੀ ਦੀ ਵੀ ਲਾ ਰਹੇ ਆ। ਔਰ ਨਿਰਮਲ ਸਿੰਘ ਜੀ ਰੋਜ਼ ਟਾਈਮ ਦਿੰਦੇ। ਪਿੰਗਲਵਾੜੇ ਦੇ ਬਹੁਤ ਸਾਰੇ ਜਿਹੜੇ ਮਿਸ਼ਨ ਆ ਉਹ ਚੱਲ ਰਹੇ ਆ। ਹੁਣ ਅਸੀਂ ਗੁਰਮਤ ਕਾਲਜ ਜਿਹੜਾ ਭਗਤ ਜੀ ਦੇ ਪਿੰਡ ਰਾਜੇਵਾਰ ਰੋਹਣੋਂ, ਉਹ ਵੀ ਭੈਣ ਜੀ ਖੋਲ੍ਹਣ ਵਾਸਤੇ ਜਾ ਰਹੇ ਆ। ਇਵੇਂ ਹੀ ਅਸੀਂ ਬੀਬੀ ਨਾਨਕੀ ਬਿਰਧ ਘਰ ਜਿਹੜਾ ਸੀ ਪਮੀਲੀ ਪਿੰਡ, ਉੱਥੇ ਵੀ ਹੁਣ ਅਸੀਂ ਗੁਰਮਤ ਕਾਲਜ ਔਰ ਸਿਲਾਈ ਸੈਂਟਰ ਜਿਹੜਾ ਆ ਕਿਸੇ ਵੀਰ ਨੇ ਜਗ੍ਹਾ ਦੇ ਦਿੱਤੀ ਆ, ਉਹਨਾਂ ਦੀ ਬਹੁਤ ਮਿਹਰਬਾਨੀ। 12 ਕਮਰੇ ਬਣੇ ਆ, ਅਟੈਚ ਬਾਥਰੂਮ, ਬਰਾਂਡਾ, ਗੁਰੂ ਘਰ ਦਾ ਸਥਾਨ ਵੀ ਬਣਿਆ ਹੋਇਆ। ਔਰ ਉਹਦੇ ਵਿੱਚ ਅਸੀਂ ਉੱਥੇ ਸਿਲਾਈ ਸੈਂਟਰ ਤੇ ਲੜਕੀਆਂ ਦਾ ਜਿਹੜਾ ਗੁਰਮਤ ਕਾਲਜ ਆ ਉਹ ਵੀ ਖੋਲ੍ਹਣ ਜਾ ਰਹੇ ਹਾਂ। 24 ਤਰੀਕ ਨੂੰ ਅਸੀਂ ਉਹ ਜਿਹੜਾ ਕੰਮ ਹੈ ਉੱਥੇ ਸਟਾਰਟ ਕਰਾਂਗੇ। ਉੱਥੇ ਸਾਰੀ ਬਿਲਡਿੰਗ ਦੀ ਰਿਪੇਅਰ ਜਿਹੜੀ ਸੀ ਥੋੜ੍ਹੀ ਬਹੁਤੀ, ਮਤਲਬ ਕੋਈ ਟੂਟੀ ਖਰਾਬ ਸੀ, ਕਿਤੇ ਮਾੜਾ ਮੋਟਾ ਜਿਹੜਾ ਸੀ ਉਹ ਹੋ ਰਿਹਾ।
ਮੈਂ ਵੀ ਪਰਸੋਂ ਉੱਥੇ ਜਾ ਕੇ ਆਇਆ। ਭਾਵ ਉਸ ਤੋਂ ਬਾਅਦ ਕੀ ਹੋਇਆ ਕਿ ਜਦੋਂ ਡਾਕਟਰ ਭੈਣ ਜੀ ਨੇ ਮਹਿੰਦਰ ਦੱਤ ਜੀ ਦੇ ਨਾਲ ਸੁਭਾਸ਼ ਪਾਲਕਰ ਜੀ ਮਿਲ ਕੇ ਤੇ ਸੈਮੀਨਾਰ ਹੋਇਆ ਕਿ ਜਿਹੜੀਆਂ ਬਿਮਾਰੀਆਂ, ਜਿਹੜੇ ਬੱਚੇ ਵਿਕਲਾਂਗ ਜਨਮ ਲੈ ਰਹੇ ਨੇ, ਜਿਹੜੇ ਦਿਮਾਗੀ ਤੌਰ ਤੇ ਠੀਕ ਨਹੀਂ, ਉਹਦਾ ਕਾਰਨ ਪੈਸਟੀਸਾਈਡ ਫਰਟੀਲਾਈਜ਼ਰ ਵੀ ਆ ਔਰ ਬੇਤਹਾਸ਼ਾ ਫਰਟੀਲਾਈਜ਼ਰ ਪੈਸਟੀਸਾਈਡ ਜਿਹੜੀਆਂ ਵਰਤੀਆਂ ਜਾ ਰਹੀਆਂ, ਇਨਸੈਕਟੀਸਾਈਡ। ਔਰ ਫਿਰ ਬੀਬੀ ਜੀ ਨੇ ਸੋਚਿਆ ਕਿ ਸਾਨੂੰ ਨੈਚੁਰਲ ਫਾਰਮਿੰਗ ਜਿਹੜੀ ਆ ਇਹ ਕਰਨੀ ਚਾਹੀਦੀ, ਕੁਦਰਤੀ ਖੇਤੀ ਜਿਹੜੀ ਆ। ਇਹ ਦੇਖੋ ਸੁਭਾਸ਼ ਪਾਲਕਰ ਜੀ ਦੇ ਫਾਰਮੂਲੇ ਅਨੁਸਾਰ ਅਸੀਂ ਬੁੱਕ ਵੀ ਛਪਾਈ ਆ ਔਰ ਇਹ ਹਜ਼ਾਰਾਂ ਬੁੱਕ ਜਿਹੜੀ ਅਸੀਂ ਕਿਸਾਨਾਂ ਨੂੰ ਵੰਡ ਚੁੱਕੇ ਹਾਂ। ਔਰ ਇਹ ਮਤਲਬ ਜਿਹੜੀ ਕੁਦਰਤੀ ਖੇਤੀ ਸੀਗੀ ਇਹ ਇੰਨੀ ਕਾਮਯਾਬ ਹੋਈ ਹਾਂਜੀ ਕਿ ਬਾਰਕ ਓਬਾਮਾ ਜੀ ਅਮਰੀਕਾ ਦੇ ਰਾਸ਼ਟਰਪਤੀ, ਉਹਨਾਂ ਵੀ ਪਹੁੰਚ ਕੀਤੀ ਕਿ ਅਸੀਂ ਤੁਹਾਡੀ ਖੇਤੀ ਦੇਖਣ ਵਾਸਤੇ ਫਾਰਮ ਤੇ ਆਉਣਾ ਆ। ਔਰ ਇਹ ਸਾਰੇ ਕਦੋਂ ਸ਼ੁਰੂ ਹੋਇਆ ਜੀ ਫਾਰਮ ਹੈ ਜਿਹੜੀ ਹੈ? ਕਿਉਂਕਿ ਜਿਵੇਂ ਜਿਵੇਂ ਤੁਸੀਂ ਮੋਡਿਊਲ ਮੈਨੂੰ ਦੱਸਿਆ ਸਾਰੇ ਹੈ ਨਾ, ਜਿਹੜੀਆਂ ਡਿਸਪੈਂਸਰੀ ਜਾਂ ਹੋਮੋਪੈਥੀ ਜਾਂ ਜਿਹੜੇ ਆਰਟੀਫੀਸ਼ੀਅਲ ਟ੍ਰਾਂਸਪਲਾਂਟ ਜਿਹੜੇ ਹੁੰਦੇ ਆ ਉਹ ਵੀ ਦੱਸੇ, ਤਾਂ ਇਹ ਮੋਡਿਊਲ ਕਦੋਂ ਓਪਨ ਹੋਇਆ ਜੀ? ਇਹ 2007 ਦੇ ਵਿੱਚ 2006 ਚ ਜ਼ਮੀਨ ਲਈ ਸੀ। 2007 ਚ ਡਾਕਟਰ ਭੈਣ ਇੰਦਰਜੀਤ ਕੌਰ ਨੇ ਮੇਰੀ ਡਿਊਟੀ ਲਾਤੀ ਕਿ ਰਾਜਵੀਰ ਜੀ ਇਹ ਖੇਤੀ ਜਿਹੜੀ ਆ ਤੁਸੀਂ ਕਰਨੀ ਆ। ਮੈਂ ਤਾਂ ਕੀ ਕਰਨੀ ਸੀ, ਮੈਂ ਆਪਣੇ ਸਹਿਯੋਗੀਆਂ ਦੇ ਨਾਲ ਜਿੰਨਾ ਕੁਝ ਕਰ ਸਕਦਾ ਸਾਂ ਉਹ ਕਰਦੇ ਆ। ਔਰ ਇਹ ਖੇਤੀ ਦੇ ਅਸੀਂ ਬਹੁਤ ਸਾਰੇ ਸੈਮੀਨਾਰ ਯੂਨੀਵਰਸਿਟੀਆਂ ਦੇ ਵਿੱਚ, ਪਾਲਮਪੁਰ ਯੂਨੀਵਰਸਿਟੀ, ਬਠਿੰਡਾ ਯੂਨੀਵਰਸਿਟੀ, ਇਸ ਤਰ੍ਹਾਂ ਮੈਨੂੰ ਕੋਲਾਪੁਰ ਜਾਣ ਦਾ ਮੌਕਾ ਮਿਲਿਆ, ਰਾਂਚੀ, ਝਾਂਸੀ, ਭਾਵ ਜਲੰਧਰ, ਬਹੁਤ ਸਾਰੀਆਂ ਯੂਨੀਵਰਸਿਟੀਆਂ ਜਾਣ ਦਾ ਮੌਕਾ ਜਿਹੜਾ ਮਿਲਿਆ, ਕਾਲਜਾਂ ਸਕੂਲਾਂ ਦੇ ਵਿੱਚ। ਫਿਰ ਅਸੀਂ ਕਿਸਾਨ ਜਿੱਥੇ ਬੁਲਾਉਂਦੇ ਆ ਇਕੱਠ ਕਰਕੇ ਸੈਮੀਨਾਰ ਕਰਦੇ ਆ, ਅਸੀਂ ਉਹਨਾਂ ਸੈਮੀਨਾਰਾਂ 'ਚ ਵੀ ਜਾ ਕੇ ਇਸ ਖੇਤੀ ਦੀ ਜਿਹੜੀ ਟੈਕਨੀਕ ਆ ਉਹ ਅਸੀਂ ਕਿਸਾਨਾਂ ਨੂੰ ਦੱਸਦੇ ਆ। ਇਹ ਸੁਭਾਸ਼ ਪਾਲਕਰ ਜੀ ਨੇ ਜਿਹੜੇ ਨਿਰਮਾਤਾ ਨੇ ਇਸ ਸਿਸਟਮ ਦੇ, ਸੁਭਾਸ਼ ਪਾਲਕਰ ਜੀ ਦੇ ਦੱਸੇ ਹੋਏ ਨਕਸ਼ੇ ਕਦਮਾਂ ਦੇ ਉੱਤੇ ਕਿ ਇੱਕ ਦੇਸੀ ਗਾਂ ਜਾਂ ਮੱਝ ਦਾ ਗੋਬਰ 30 ਏਕੜ ਦੀ ਖੇਤੀ ਕਰ ਸਕਦਾ। ਸਾਨੂੰ ਕੋਈ ਗੱਡਿਆਂ ਦੇ ਗੱਡੇ, ਟਰਾਲੀਆਂ ਦੀ ਟਰਾਲੀ ਰੂੜੀ ਦੀ ਲੋੜ ਨਹੀਂ। ਔਰ ਅਸੀਂ ਵੈਟਲੈਂਡ ਵੀ ਬਣਾਈ ਹੋਈ ਆ ਔਰ ਇਹ ਖੇਤੀ ਇੰਨੀ ਕਾਮਯਾਬ ਹੋਈ ਆ ਕਿ ਇੱਥੇ ਮੇਲਾ ਲੱਗਾ ਰਹਿੰਦਾ, ਲੋਕ ਵੇਖਣ ਵਾਲਿਆਂ ਦੀ ਬੜੀ ਭੀੜ ਲੱਗੀ ਰਹਿੰਦੀ ਆ। ਕੋਈ ਬਿਹਾਰ ਤੋਂ ਖੁਸ਼ੀ ਹੁੰਦੀ ਆ ਮੈਨੂੰ, ਸਾਡੇ ਕੋਲ ਫੋਟੋਆਂ ਵੀ ਉਹਨਾਂ ਦੀਆਂ ਹੈਗੀਆਂ, ਟਾਕ ਵੀ ਹੈਗੀ ਆ। ਔਰ ਸਾਡੇ ਕੋਲ 32 ਲੇਡੀਜ਼ ਕਿਸਾਨ ਜਿਹੜੀਆਂ ਅਸੀਂ ਨੇਪਾਲ ਦੀਆਂ ਇੱਥੇ ਆਈਆਂ ਦੇਖਣ ਵਾਸਤੇ, ਮਿਸ਼ੀਗਨ ਯੂਨੀਵਰਸਿਟੀ ਤੋਂ ਵੀ ਆ ਰਹੇ ਨੇ ਔਰ ਇੱਥੋਂ ਮਤਲਬ ਵੱਖ-ਵੱਖ ਦੇਸ਼ਾਂ ਤੋਂ ਜਿਹੜੇ ਸਾਇੰਟਿਸਟ ਆ ਉਹ ਖੇਤੀ ਨਾਲ ਜੁੜੇ ਹੋਏ ਸਾਡੇ ਵਿਗਿਆਨੀ ਆ, ਉਹ ਦੇਖਣ ਵਾਸਤੇ ਆਉਂਦੇ ਆ। ਕਿ ਇਹ ਸਾਰੇ ਕਿੰਨਾ ਰਕਬਾ ਜੀ ਸਾਰਾ ਟੋਟਲ? ਅਸੀਂ 55 ਏਕੜ ਦੇ ਵਿੱਚ ਖੇਤੀ ਕਰਦੇ ਆ ਔਰ ਇੱਥੇ 33 ਏਕੜ ਹੈ, 33 ਏਕੜ ਦੇ ਵਿੱਚ ਆ, ਜਿਹਦੇ ਵਿੱਚ ਅਸੀਂ ਸਮੇਂ ਦੀਆਂ ਹਰ ਸਬਜ਼ੀਆਂ ਔਰ ਪਸ਼ੂਆਂ ਦਾ ਚਾਰਾ ਉਹ ਵੀ ਵਿਲੱਖਣ ਹੈ। ਸਾਡਾ ਕਣਕ ਦਾ ਮਾਡਲ ਵੀ ਵਿਲੱਖਣ ਹੈ ਜਿਹੜਾ ਕਿਸੇ ਕੋਲ ਨਹੀਂ ਹੈ। ਇਸ ਤਰ੍ਹਾਂ ਅਸੀਂ ਝੋਨੇ ਦਾ ਵੀ ਔਰ ਇਸ ਤਰ੍ਹਾਂ ਅਸੀਂ ਫਰੂਟ ਵੀ ਕੁਝ ਪੌਦੇ ਜਿਹੜੇ ਆ ਉਹ ਲਾਏ ਹੋਏ ਆ ਔਰ ਇਹ ਅਸੀਂ ਸਮੇਂ-ਸਮੇਂ ਔਰ ਅਸੀਂ ਮਾਡਲ ਇਹ ਦੇ ਦਿੱਤੇ ਆ ਕਿ ਜੇ ਤੁਸੀਂ ਗੰਨਾ ਲਾਉਣਾ ਤੇ ਉਹਦੇ ਵਿੱਚ ਤੁਸੀਂ 10 ਤੋਂ 12 ਫਸਲਾਂ ਜਿਹੜੀਆਂ ਹੋਰ ਕਿੱਦਾਂ ਲੈ ਸਕਦੇ ਹੋ। ਔਰ ਜੇ ਤੁਸੀਂ ਝੋਨਾ ਲਾਉਣਾ ਤੇ ਝੋਨੇ ਦੇ ਵਿੱਚ ਵੀ ਅਸੀਂ ਜਿਹੜੀਆਂ ਦੂਜੀਆਂ ਫਸਲਾਂ ਸੀ ਉਹ ਪੈਦਾ ਕਰਕੇ, ਇਸ ਸਾਲ ਨਹੀਂ ਪਿਛਲੇ ਸਾਲ ਮਾਡਲ ਦਿੱਤਾ ਸੀ, ਇਸ ਸਾਲ ਤੇ ਹੁਣ ਸੀਜ਼ਨ ਚੱਲ ਰਿਹਾ, ਹੋ ਸਕਦਾ ਅਸੀਂ ਫਿਰ ਪੰਗਾ ਇਹ ਲਵਾਂਗੇ। ਤੇ ਇਸ ਤਰ੍ਹਾਂ ਸਾਡੇ ਕੋਲ ਉਹਦਾ ਫੂਡਰ ਦਾ, ਪਸ਼ੂਆਂ ਦੇ ਚਾਰੇ ਦਾ ਮਾਡਲ ਵੀ ਆ, ਕਣਕ ਦਾ ਮਾਡਲ ਵੀ ਆ, ਜਿਹੜਾ ਕਿਸੇ ਕੋਲ ਨਹੀਂ ਹੈ, ਯੂਨੀਵਰਸਿਟੀ ਕੋਲ ਵੀ ਮਾਡਲ ਨਹੀਂ ਹੈ ਜਿਹੜਾ ਸਾਡੇ ਕੋਲ ਮਾਡਲ ਹੈ ਜੀ। ਤਾਂ ਉਹ ਮਾਡਲ ਜਿਹੜਾ ਉਹ ਅਪਣਾ ਕੇ ਜਾਂ ਜਿਸ ਤਰੀਕੇ ਨਾਲ ਤੁਸੀਂ ਸਿੰਚਾਈ ਦਾ ਬਣਾਇਆ ਹੋਇਆ ਪ੍ਰਬੰਧ ਕੀਤਾ, ਮੈਂ ਦੇਖ ਚੁੱਕਾ ਹਾਂ ਕਿ ਬਹੁਤ ਸੁਚੱਜੇ ਤਰੀਕੇ ਦੇ ਨਾਲ ਸਹੀ ਮਿਕਦਾਰ ਦੇ ਵਿੱਚ ਨਮੀ ਦੇ ਰੂਪ ਵਿੱਚ ਤੁਸੀਂ ਮਿੱਟੀ ਨੂੰ ਓਨਾ ਕੁ ਪਾਣੀ ਦਿੰਦੇ ਹੋ ਕਿ ਜਿਹੜਾ ਬੂਟੇ ਨੂੰ ਸਹੀ ਰਵੇ। ਤਾਂ ਮੈਂ ਇੱਕ ਹੋਰ ਇੱਥੇ ਸਰ ਇੱਕ ਬੂਟਾ ਦੇਖਿਆ, ਆਮ ਆਪਾਂ ਸਾਰਿਆਂ ਦੀ ਧਾਰਨਾ ਹੁੰਦੀ ਹੈ ਵੀ ਚੰਦਨ ਬਹੁਤ ਮਹਿੰਗਾ ਰੁੱਖ ਆ ਜੀ, ਤਾਂ ਉਹਦੇ ਬਾਰੇ ਮੈਨੂੰ ਨਵੀਂ ਅਪਡੇਸ਼ਨ ਹੋਈ ਵੀ ਅਗਰਵੁੱਡ ਨਾਂ ਦਾ ਰੁੱਖ ਉਹ ਵੀ ਬਹੁਤ ਮਹਿੰਗਾ ਹੈ ਜੀ, ਤੇ ਉਹਦੇ ਬਾਰੇ ਥੋੜੀ ਜਾਣਕਾਰੀ ਦਿਓ। ਕਿਉਂਕਿ ਜੇ ਉਹਦੀ ਕਾਸ਼ਤ ਕੀਤੀ ਜਾਵੇ ਤਾਂ ਮੈਨੂੰ ਲੱਗਦਾ ਕਿ ਅਸੀਂ ਤਾਂ ਸਾਡੇ ਸਾਰਿਆਂ ਕੋਲ ਫੋਰਚੂਨਰਾਂ ਹੋ ਸਕਦੀਆਂ ਨੇ। ਜਿਹੜਾ ਤੁਸੀਂ ਇਸ ਤੋਂ ਪਹਿਲਾਂ ਗੱਲ ਕੀਤੀ ਆ ਪਾਣੀ ਬਚਾਉਣ ਵਾਲੀ, ਅਸੀਂ 85% ਪਾਣੀ ਦੀ ਬਚਤ ਕਰਦੇ ਹਾਂ ਕਿਉਂਕਿ ਸਾਡੇ ਕੋਲ ਡ੍ਰਿਪ ਸਿਸਟਮ ਵੀ ਆ, ਸਪ੍ਰਿੰਕਲਰ ਸਿਸਟਮ ਵੀ ਆ ਔਰ ਬਹੁਤ ਸਾਰੇ ਦੇਸ਼ ਜਿਹੜੇ ਨੇ ਸਿਰਫ 4-5 ਦੇਸ਼ ਛੱਡ ਕੇ ਉਹ ਸਪ੍ਰਿੰਕਲਰ ਤੇ ਡ੍ਰਿਪ ਦੇ ਨਾਲ ਖੇਤੀ ਕਰਦੇ ਆ। ਪਾਣੀ ਜਿਹੜਾ ਧਰਤੀ ਦੇ ਥੱਲੇ 1% ਹੈ ਜਿਹਦੀ ਅਸੀਂ ਦਿਨ ਰਾਤ ਕੱਢ ਰਹੇ ਹਾਂ, ਫੈਕਟਰੀ ਵਾਸਤੇ ਕੱਢ ਰਹੇ ਹਾਂ, ਆਪਣੀ ਡੇਲੀ ਨੀਡ ਵਾਸਤੇ ਜਿਹੜਾ ਆ ਉਹ ਕੱਢ ਰਹੇ ਹਾਂ, ਮੋਟਰਾਂ ਲਾਈਆਂ ਖੇਤੀ ਵਾਸਤੇ ਕੱਢ ਰਹੇ ਹਾਂ। 97% ਪਾਣੀ ਸਮੁੰਦਰਾਂ 'ਚ ਆ ਔਰ 2% ਕੁਛ ਗਲੇਸ਼ੀਅਰ ਨੇ ਔਰ ਗਲੇਸ਼ੀਅਰ ਖੁਰ ਕੇ ਡਾਊਨ ਆ ਰਹੇ ਆ, ਧਰਤੀ ਦਾ ਪਾਣੀ ਡਾਊਨ ਜਾ ਰਿਹਾ ਆ, ਸਮੁੰਦਰ ਦਾ ਲੈਵਲ ਉੱਪਰ ਜਾ ਰਿਹਾ। ਔਰ ਇਹ ਵੀ ਵਿਗਿਆਨੀਆਂ ਨੇ ਅਖਬਾਰਾਂ ਦੇ ਵਿੱਚ ਦੇ ਦਿੱਤਾ ਹੋਇਆ ਆ, ਟੀਵੀ ਚੈਨਲਾਂ ਦੇ ਉੱਤੇ ਦੇ ਦਿੱਤਾ ਹੋਇਆ ਕਿ ਜਾਪਾਨ ਡੁੱਬ ਜਾਏਗਾ, ਇੰਗਲੈਂਡ ਕਿਸੇ ਸਮੇਂ 'ਚ ਡੁੱਬ ਜਾਏਗਾ, ਸ੍ਰੀਲੰਕਾ ਡੁੱਬ ਜਾਏਗਾ। ਭਾਵ ਸਮੁੰਦਰ ਦੇ ਕੰਢੇ ਤੇ ਜਿਹੜੇ ਵਸੇ ਸ਼ਹਿਰ ਨੇ, ਦੇਸ਼ ਨੇ, ਉਹਨਾਂ ਲਈ ਬਹੁਤ ਖਤਰਾ। ਸਮੁੰਦਰ ਦਾ ਲੈਵਲ ਜਿਹੜਾ ਮੈਡਮ ਪ੍ਰੋਫੈਸਰ ਗੁਰਜੀਤ ਕੌਰ ਨੇ ਰਿਟਨ ਹੈ, ਉਹਨਾਂ ਦਾ ਲਿਖ ਦਿੱਤਾ, ਮੈਂ ਕੱਲ ਕਿਤਾਬ ਪੜ੍ਹ ਰਿਹਾ ਸੀ ਕਿ 85 ਸੈਂਟੀਮੀਟਰ ਜਿਹੜਾ ਸੀ ਸਮੁੰਦਰ ਦਾ ਲੈਵਲ ਉੱਪਰ ਕਈ ਜਗ੍ਹਾ ਤੋਂ ਚਲੇ ਗਿਆ।
ਔਰ ਜਦੋਂ ਮਤਲਬ ਸਮੁੰਦਰ ਉੱਪਰ ਜਾ ਰਿਹਾ ਔਰ ਕਿੰਨੇ ਜਵਾਰ ਭਾਟਾ ਜਿਹੜੇ ਆ ਸਾਈਕਲੋਨਸ ਜਿਹੜੇ ਆ ਉਹ ਜ਼ਿਆਦਾ ਆ ਰਹੇ ਆ ਔਰ 1/3 ਧਰਤੀ ਜਿਹੜੀ ਸੀ ਦਰਖਤਾਂ ਨਾਲ ਘੱਟੀ ਹੋਣੀ ਚਾਹੀਦੀ ਸੀ, ਇਸ ਵੇਲੇ ਧਰਤੀ ਟੱਕੀ ਹੋਣ ਤੇ ਕੀ ਆ। ਔਰ ਇਹ 33% ਜਿਹੜੇ ਦਰਖਤ ਧਰਤੀ ਤੇ ਚਾਹੀਦੇ ਸੀ ਉਹ ਇਸ ਵੇਲੇ ਕਿਤੇ 5.1 ਰਹਿ ਗਏ, ਕਿਤੇ 5.4 ਰਹਿ ਗਏ, ਕਿਤੇ 4.1 ਰਹਿ ਗਏ। ਔਰ ਇਹ ਜਿਹੜੀ ਇੰਨੀ ਮਿਕਦਾਰ ਦਰਖਤਾਂ ਦੀ ਘਟ ਗਈ ਆ ਔਰ ਮਨੁੱਖ ਦੀ ਹੋਂਦ ਨੂੰ ਬੜਾ ਵੱਡਾ, ਆਲ ਲਿਵਿੰਗ ਥਿੰਗ ਦੀ ਹੋਂਦ ਨੂੰ ਬੜਾ ਵੱਡਾ ਖਤਰਾ ਪੈਦਾ ਹੋ ਰਿਹਾ। ਸਰ ਬਿਲਕੁਲ ਤੁਹਾਡੀ ਵੱਡੀ ਗੱਲ ਆ, ਬੜਾ ਚਿੰਤਾ ਦਾ ਵਿਸ਼ਾ ਕਿ ਦਰਖਤ ਘਟ ਗਏ ਹਨਾ। ਅਸੀਂ ਡਬਲ ਲੇਨ ਵਾਲੇ GT ਰੋਡ ਲੈ ਲਏ ਆ ਤੇ ਦਰਖਤ ਅਸੀਂ ਜਿਹੜੇ ਉਹ ਖਤਮ ਕਰਤੇ ਆ। ਆਪਾਂ ਘਰ ਤੋਂ ਸਟਾਰਟ ਕਰਦੇ ਆ ਜੀ, ਵੀ ਸਾਡੇ ਕੋਲ ਕਿਉਂਕਿ ਅਸੀਂ ਮੀਡੀਓਕਰ ਫੈਮਲੀਆਂ ਤੋਂ ਬਿਲੋਂਗ ਕਰਦੇ ਹਾਂ, ਮੱਧ ਵਰਗੀ ਪਰਿਵਾਰਾਂ ਨਾਲ ਜ਼ਿਆਦਾ ਸਾਡੇ ਲੋਕ ਹਨਾ ਸੰਬੰਧਿਤ ਆ, ਤਾਂ 2 4 5 ਕਿੱਲੇ 10 ਕਿੱਲੇ 15 ਕਿੱਲੇ 20 ਕਿੱਲਿਆਂ ਤੱਕ 25 ਕਿੱਲਿਆਂ ਤੱਕ ਵੀ ਉਸੇ ਕੈਟੇਗਰੀ ਵਾਲੇ ਸਾਰੇ ਕਿਸਾਨ ਆਉਂਦੇ ਆ। ਤਾਂ ਮੈਨੂੰ ਦੱਸੋ ਕਿ ਪਰ ਏਕੜ ਜੇ ਆਪਾਂ ਸ਼ੁਰੂਆਤ ਕਰੀਏ ਦੁਬਾਰਾ ਰੁੱਖ ਲਾਉਣ ਦੀ ਤਾਂ 1 ਏਕੜ ਨੂੰ ਕਿੰਨੇ ਰੁੱਖ ਆਉਣਗੇ? ਵੀ ਜੇ ਅਸੀਂ ਗੁੱਠਾਂ ਤੇ ਹੀ ਲਾ ਦਈਏ ਤਾਂ 2 4 5 10 ਕਿੰਨੇ ਲਾ ਸਕਦੇ ਹਾਂ? ਸ਼ੁਰੂਆਤ ਤਾਂ ਕਿਤੋਂ ਕਰਨੀ ਪਊਗੀ ਨਾ ਆਪਾਂ ਨੂੰ। ਦੇਖੋ ਭਗਤ ਜੀ, ਪਿਛਲੇ 60-65 ਸਾਲ ਪਹਿਲਾਂ ਵੀ ਪ੍ਰਚਾਰ ਕਰਦੇ ਰਹੇ ਕਿ ਰੁੱਖ ਹੈ ਮਨੁੱਖ ਹੈ, ਰੁੱਖ ਨਹੀਂ ਮਨੁੱਖ ਨਹੀਂ, ਔਰ ਰੁੱਖ ਘਟ ਜਾਣਗੇ ਤੇ ਇਨਸਾਨ ਦੀ ਹੋਂਦ ਨੂੰ ਤੇ ਖਤਰਾ ਆਏਗਾ। ਸਾਡੇ ਪਸ਼ੂ ਪੰਛੀ ਮਿੱਤਰ ਕੀਟ ਜਿਹੜੇ ਆ ਜਿਨ੍ਹਾਂ ਦੇ ਮਿੱਤਰਾਂ ਦੀ ਗਿਣਤੀ 85% ਆ ਉਹ ਵੀ ਘਟ ਜਾਏਗੀ ਔਰ ਬੜਾ ਇਹ ਸੀਰੀਅਸ ਮਾਮਲਾ। ਔਰ ਆਉਣ ਵਾਲੀਆਂ ਸਰਕਾਰਾਂ ਜਿਹੜੀਆਂ ਸਮੇਂ ਆਉਂਦੀਆਂ ਰਹੀਆਂ ਉਹਨਾਂ ਨੇ ਅਖਬਾਰੀ ਤਾਂ ਬਿਆਨ ਦੇ ਦਿੱਤਾ ਪਰ ਮੌਕੇ ਤੇ ਜਾ ਕੇ ਧਿਆਨ ਨਹੀਂ। ਸਰਕਾਰਾਂ ਤਾਂ ਸਾਰੇ ਐਵੇਂ ਦੀਆਂ ਹੀ ਹੈ, ਡੈਮੋਕ੍ਰੇਸੀ ਤੁਹਾਨੂੰ ਪਤਾ ਹੀ ਆ। ਆਪਾਂ ਆਪਣੇ ਤੋਂ ਹੀ ਲਾਗੂ ਕਰੀਏ ਜੀ। ਮੈਂ ਉਹ ਗੱਲ ਦੇ ਉੱਤੇ ਦੁਬਾਰਾ ਕਰਦਾ ਵੀ ਆਪਾਂ ਪਰ ਏਕੜ ਦੇ ਹਿਸਾਬ ਨਾਲ, ਤੁਸੀਂ ਕਿਉਂਕਿ ਸੱਚੇ ਵਿਦਵਾਨ ਹੋ ਜੀ, ਪੁਰਾਣੇ ਸਮੇਂ ਤੋਂ ਖੇਤੀ ਨਾਲ ਜੁੜੇ ਹੋਏ ਹੋ ਜੀ, ਜਿੰਨੇ ਆਪਾਂ ਕਿਸਾਨ ਇੱਥੇ ਬੈਠੇ ਜੇ ਆਪਾਂ ਇੱਥੋਂ ਹੀ ਇੱਕ ਪਰਨ ਲੈ ਕੇ ਚੱਲੀਏ ਵੀ ਅਸੀਂ 1 ਏਕੜ 'ਚ 4 ਲਾਈਏ 3 ਲਾਈਏ ਤੇ ਕਿਹੜੇ ਰੁੱਖ ਹੋ ਸਕਦੇ ਜਿਨ੍ਹਾਂ ਨਾਲ ਫਸਲ ਦਾ ਨੁਕਸਾਨ ਨਾ ਹੋਵੇ, ਤੇ ਆਪਾਂ ਸ਼ੁਰੂ ਕਰੀਏ ਜੀ ਇਸ ਚੀਜ਼ ਨੂੰ। ਦੇਖੋ ਜੀ, ਸਾਡੀ ਬੇਨਤੀ ਆ, ਕਾਹਨ ਸਿੰਘ ਪੰਨੂ ਜੀ ਡਿਪਟੀ ਕਮਿਸ਼ਨਰ ਸੀ, ਉਹਨਾਂ ਨੇ ਕਿਹਾ ਸੀਗਾ ਸਾਰੇ ਕਿਸਾਨ ਵੀਰਾਂ ਨੂੰ ਕਿ ਆਪਣੇ ਟਿਊਬਵੈੱਲ ਤੇ ਘੱਟੋ ਘੱਟ 2 ਦਰਖਤ ਲਾਓ। ਕੁਝ ਲੋਕਾਂ ਨੇ ਉੱਥੇ ਲਾਏ ਸੀਗੇ। ਹੁਣ ਸਾਡੀਆਂ ਯੂਨੀਅਨਾਂ ਵੀ ਕਹਿ ਰਹੀਆਂ ਵੀ 2 ਤੋਂ 5 ਦਰਖਤ ਜਿਹੜੇ ਆ ਉਹ ਆਪਣੇ ਟਿਊਬਵੈੱਲ ਦੇ ਉੱਤੇ ਘੱਟੋ ਘੱਟ ਜ਼ਰੂਰ ਲਾਓ। ਔਰ ਸਾਡੇ ਜ਼ਿਮੀਂਦਾਰ ਵੀਰ ਦੀਆਂ ਕਈ ਸਮੱਸਿਆਵਾਂ ਹੈਗੀਆਂ, ਉਹਦੇ ਦਿਮਾਗ 'ਚ ਵੀ ਆ ਜਾਂਦਾ ਰਿਹਾ ਕਿ ਦਰਖਤ ਦੇ ਨਾਲ ਛੌਰਾ ਜਿਹੜਾ ਆ ਹੋ ਜਾਏਗਾ, ਸਾਡੀ ਫਸਲ ਜਿਹੜੀ ਆ ਉਹ ਘੱਟ ਹੋਏਗੀ। ਅਜਿਹੀ ਇਹੋ ਜਿਹੀ ਕੋਈ ਗੱਲ ਨਹੀਂ। ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਨੇ ਜਿਨ੍ਹਾਂ ਨੇ ਲੱਖਾਂ ਪੌਦੇ ਜਿਹੜੇ ਲਾਏ ਆ। ਪਿੰਗਲਵਾੜਾ ਨੇ ਮੈਨੂੰ 970 ਸਕੂਲਾਂ ਦੇ ਵਿੱਚ ਪ੍ਰਾਇਮਰੀ ਮਿਡਲ ਸੈਕੰਡਰੀ ਹਾਈ ਸਕੂਲਾਂ ਦੇ ਵਿੱਚ ਜਾਣ ਦਾ ਮੌਕਾ ਮਿਲਿਆ। ਕਈ ਗੁਰਦੁਆਰਾ ਸਾਹਿਬ ਔਰ ਕਈ ਮੰਦਿਰ, ਪੁਲਿਸ ਸਟੇਸ਼ਨ ਔਰ ਬਿਜਲੀ ਘਰ ਦੇ ਵਿੱਚ ਅਸੀਂ ਸ਼ਮਸ਼ਾਨ ਘਾਟ ਦੇ ਵਿੱਚ ਪੌਦੇ ਜਿਹੜੇ ਆ, ਸਾਡੇ ਕੋਲ ਅੱਜ ਵੀ ਨਰਸਰੀ ਆ। ਔਰ 1998 ਤੋਂ ਅਸੀਂ ਜਿਹੜੇ ਪੌਦੇ ਲਾਉਣ ਦਾ ਪ੍ਰੋਜੈਕਟ ਜਿਹੜਾ ਅਸੀਂ ਸ਼ੁਰੂ ਕੀਤਾ ਹੋਇਆ। ਔਰ ਡਾਕਟਰ ਭੈਣ ਜੀ ਇੰਦਰਜੀਤ ਕੌਰ ਜੇ ਵਿਹਲੇ ਹੋਣ, ਕੰਮ ਨਾਲ ਰੁਝੇਵੇਂ ਬਹੁਤ ਹੁੰਦੇ ਆ, ਉਹ ਵੀ ਨਾਲ ਮੇਰੇ ਜਾਂਦੇ ਰਹੇ ਆ। ਔਰ ਅਸੀਂ ਹਰ ਸਾਲ 7-8 ਜੁਲਾਈ ਜਦੋਂ ਮੌਨਸੂਨ ਆ ਜਾਂਦੀ ਪੌਦੇ ਲਾਉਣ ਦਾ ਕੰਮ ਸ਼ੁਰੂ ਕਰਕੇ ਦਸੰਬਰ 10 ਤੱਕ ਅਸੀਂ ਪੌਦੇ ਜਿਹੜੇ ਸੀ ਉਹ ਲਾਉਂਦੇ ਰਹੇ ਹਾਂ। ਔਰ ਇਹ ਬੜਾ ਜ਼ਰੂਰੀ ਆ ਕਿ ਬੈਲੈਂਸ ਬਣਾ ਕੇ ਰੱਖਣਾ। ਔਰ ਜੇ ਤੁਸੀਂ, ਮੈਂ ਮਿਸਾਲ ਦਿੰਦਾ ਕਿ ਗੱਡੀ ਦੇ ਵਿੱਚ ਡੀਜ਼ਲ ਕਿਹੋ ਜਿਹਾ ਪਾਇਆ ਔਰ ਪੈਟਰੋਲ ਗੱਡੀ 'ਚ ਕਿਹੋ ਜਿਹਾ ਪਾਇਆ, ਉਹਦਾ ਰਿਜ਼ਲਟ ਉਹੋ ਜਿਹਾ ਹੀ ਆਉਣਾ। ਜੋ ਤੁਸੀਂ ਕਰ ਰਹੇ ਹੋ ਉਹਦਾ ਤੁਹਾਨੂੰ ਨਤੀਜਾ ਭੁਗਤਣਾ ਪੈਣਾ। ਇਹ ਤੇ ਤੁਸੀਂ ਮਤ ਮੰਨੋ ਕਿ ਤੁਸੀਂ ਕਣਕ ਦੀ ਬਿਜਾਈ ਕਰਕੇ ਝੋਨਾ ਵੱਢ ਲੋਗੇ, ਕਣਕ ਦੀ ਬਿਜਾਈ ਕਰਕੇ ਕਣਕ ਹੀ ਵੱਢੋਗੇ, ਝੋਨੇ ਦੀ ਬਿਜਾਈ ਕਰਕੇ ਝੋਨਾ ਹੀ ਵੱਢੋਗੇ। ਜੋ ਬੀਜਣਾ ਉਹੀ ਵੱਢਣਾ ਆ। ਕੱਟਣ ਦੀ ਇੱਕ ਨਾ ਮੇਨ ਸਾਡੇ ਪਿੰਡਾਂ 'ਚ ਇੱਕ ਵਜ੍ਹਾ ਆਉਂਦੀ ਸਾਹਮਣੇ ਕਿ ਇਹ ਜੀ ਫਸਲ ਦਾ ਨੁਕਸਾਨ ਕਰਦੇ ਆ ਤੇ ਥੱਲੇ ਫਸਲ ਨਹੀਂ ਹੁੰਦੀ। ਪਰ ਜਿਵੇਂ ਕਿ ਤੁਸੀਂ ਸਾਨੂੰ ਪਾਪੂਲਰ ਜਿਹੜੇ ਤੁਸੀਂ ਉਹ ਕਾਸ਼ਤ ਕੀਤੀ ਆ 80 ਇੱਧਰ ਨੂੰ ਤੇ 80 ਇੱਧਰ ਨੂੰ ਨਾ, ਤਾਂ ਉਹਦੇ ਵਿੱਚ ਆਪ ਜੀ ਨੇ ਇਹ ਗੱਲ ਕਹੀ ਆ ਵੀ ਇਸ ਚੀਜ਼ ਦੇ ਨਾਲ ਉਪਜਾਊ ਸ਼ਕਤੀ ਵੀ ਵੱਧਦੀ ਆ। ਇਹਦੇ ਬਾਰੇ ਥੋੜਾ ਜਿਹਾ ਹੋਰ ਚਾਨਣਾ ਪਾਓ ਤਾਂ ਕਰਕੇ ਥੋੜੇ ਜਿੰਨੇ ਕਿਸਾਨ ਵੀਰ ਆ ਥੋੜੇ ਇਸ ਪ੍ਰਤੀ ਜਾਗਰੂਕ ਹੋਣ ਤੇ ਉਹ ਵੀ ਉਪਰਾਲਾ ਕਰਨ ਇੱਕ ਅੱਧਾ ਰੁੱਖ ਲਾਉਣ ਦਾ ਪਾਪੂਲਰ ਬਾਰੇ। ਪਾਪੂਲਰ ਅਸੀਂ ਪਿਛਲੇ 2007 ਤੋਂ ਇੱਕ ਮਾਡਲ ਤਿਆਰ ਕੀਤਾ ਕਿ 1 ਏਕੜ ਦੇ ਵਿੱਚ ਅਸੀਂ 80 ਬੂਟੇ ਲਾਉਨੇ ਆ। ਈਸਟ ਵੈਸਟ ਜਿਹੜਾ ਆ ਉਹ 28 ਫੁੱਟ, ਨਾਰਥ ਸਾਊਥ 20 ਫੁੱਟ, 80 ਬੂਟੇ ਬਣਦੇ ਆ। ਔਰ ਇਹ ਜਿਹੜੇ 80 ਬੂਟੇ ਅਸੀਂ ਲਾਉਨੇ ਆ ਇਹ ਤੀਜੇ ਸਾਲ ਤਿਆਰ ਹੋ ਜਾਂਦੇ ਆ। ਅਸੀਂ ਤੀਜੇ ਸਾਲ 80 ਵਿੱਚ ਹੋਰ ਲਾ ਦਿੰਨੇ ਆ ਔਰ ਨੈਕਸਟ ਫਰਵਰੀ ਜਿਹੜੇ ਪਹਿਲੇ 80 ਲੱਗੇ ਆ ਉਹਨਾਂ ਦੀ 4 ਸਾਲ ਹੋ ਜਾਂਦੀ ਆ ਔਰ ਉਹਦੀ ਕਟਾਈ ਕਰਾ ਦਿੰਨੇ ਆ। ਔਰ ਅਸੀਂ ਜਿਹੜੇ ਇਹ ਬੂਟੇ ਆ ਇਹਨਾਂ ਦੀ ਟਨਿਓਰ 3 ਸਾਲ ਹੋ ਗਈ ਕਿਉਂਕਿ 1 ਸਾਲ ਤੇ ਸਾਨੂੰ ਉਹਨਾਂ ਦੇ ਵਿੱਚੋਂ ਮਿਲ ਗਿਆ ਔਰ ਫਸਲ ਪੂਰੀ ਹੋਈ। ਫਸਲ ਪੂਰੀ, ਹਾਂ, ਕੋਈ ਸ਼ੌਰਾ ਨਹੀਂ ਮਾਰਿਆ
ਔਰ ਤੁਸੀਂ ਦੇਖੋ ਉਹਨਾਂ ਬੂਟਿਆਂ ਦਾ ਫਾਇਦਾ ਸਾਨੂੰ ਸ਼ੁੱਧ ਆਕਸੀਜਨ ਮਿਲ ਰਹੀ ਆ, ਕਾਰਬਨ ਵੀ ਲੈ ਰਹੇ ਆ, ਨਾਇਸ ਪੋਲੂਸ਼ਨ ਵੀ ਘਟਾ ਰਹੇ ਆ, ਬਰਸਾਤ ਲਈ ਤੇ ਸਹਾਈ ਹੋ ਰਿਹਾ। ਉਹ ਸਭ ਤੋਂ ਵੱਡਾ ਮੁੱਲ ਜਿਹੜਾ ਉਹ ਇਹ ਪਿਆ ਰਿਹਾ ਕਿ ਸਾਡੇ ਮਿੱਤਰ ਪੰਛੀ, ਸਾਡੇ ਮਿੱਤਰ ਕੀਟ ਜਿਹੜੇ ਆ ਉਹਨਾਂ ਦਾ ਰਹਿਣ ਬਸੇਰਾ ਵੀ ਆ। ਹਾਂ, ਔਰ ਕਿੰਨੀ ਖੁੱਲੀ ਆਕਸੀਜਨ ਦੇ ਰਹੇ, ਇੱਕ ਪੱਤਾ ਕਿੰਨੀ ਤੁਹਾਨੂੰ ਆਕਸੀਜਨ ਦੇ ਰਿਹਾ, ਵਾਤਾਵਰਨ ਕੂਲ ਕਰ ਰਿਹਾ। ਔਰ ਮੈਂ ਫਿਰ ਉਹ ਦੁਹਰਾਉਣਾ ਕਿ ਰੁੱਖ ਹੈ ਤਾਂ ਮਨੁੱਖ ਹੈ, ਰੁੱਖ ਨਹੀਂ ਤਾਂ ਮਨੁੱਖ ਨਹੀਂ, ਇਹ ਸਾਨੂੰ ਮੰਨ ਲੈਣਾ ਚਾਹੀਦਾ। ਤੇ ਅਗਰਵੁੱਡ ਬਾਰੇ ਸਰ, ਉਹ ਜਿਹੜੀ ਬੇਸ਼ਕੀਮਤੀ ਜਿਹੜਾ ਰੁੱਖ ਆ ਉਹਦੇ ਬਾਰੇ ਥੋੜੀ ਜਾਣਕਾਰੀ ਦਿਓ। ਅਗਰਵੁੱਡ ਅਸੀਂ ਇੱਧਰੋਂ ਔਰੰਗਾਬਾਦ ਤੋਂ ਸਾਨੂੰ ਕਿਸੇ ਨੇ ਭੇਜਿਆ ਸੀਗਾ ਔਰ ਸਾਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਸੀ। ਉਹਨਾਂ ਕੋਲੋਂ ਜਦੋਂ ਸਾਰਾ ਅਸੀਂ ਪੁੱਛਿਆ, ਔਰ ਅਗਰਵੁੱਡ ਜਿਹੜਾ ਆ ਇਹ ਨੈਚੁਰਲ ਸੈਂਟ ਨਿਕਲਦਾ 9 ਸਾਲ ਬਾਅਦ। ਇਹ ਪੌਦਾ ਜਿਹੜਾ ਆ ਜੋ ਉਹਨਾਂ ਦੱਸਿਆ ਸਾਨੂੰ ਕਿ ਪੌਣੇ 2 ਤੋਂ 2.5 ਕਰੋੜ ਦਾ ਇਹ ਪੌਦਾ ਜਿਹੜਾ 9 ਸਾਲ ਬਾਅਦ ਹੋਏਗਾ। ਔਰ ਇਹਦੇ ਜਿਹੜੇ ਇਹਦੇ ਡਾਂਢ ਨੇ, ਇਹਨਾਂ ਦੇ ਵਿੱਚ ਜਿਹੜਾ ਜਦੋਂ ਪੌਦਾ ਇਹ 8 ਸਾਲ ਦਾ ਹੋ ਗਿਆ, 7.5 ਸਾਲ ਦਾ, ਇਹ 'ਚੋਂ ਨੈਚੁਰਲ ਸੈਂਟ, ਜਿਵੇਂ ਤਾੜੀ ਦੇ ਦਰਖਤ ਦੇ ਵਿੱਚੋਂ ਰਸ ਨਿਕਲਦਾ। ਤੁਸੀਂ ਵੇਖੋ ਬਿਹਾਰ ਦੇ ਵਿੱਚ ਜਾ ਕੇ, ਯੂਪੀ ਦੇ ਕੁਛ ਏਰੀਏ 'ਚ ਕੁੱਜੇ ਬੱਧੇ ਹੁੰਦੇ ਉਹਨਾਂ, ਉਹ 'ਚੋਂ ਤੁਪਕਾ ਰਸ ਡਿੱਗਦਾ। ਇਵੇਂ ਹੀ ਅਸੀਂ ਇਹਦੇ ਨਾਲ ਚੀਜ਼ ਬੰਨਾਂਗੇ, ਇਹ 'ਚੋਂ ਜਿਹੜਾ ਰਸ ਨਿਕਲੇਗਾ ਉਹ ਨੈਚੁਰਲ ਸੈਂਟ ਆ। ਬਾਕੀ ਜਿੰਨਾ ਵੀ ਸੈਂਟ ਤੁਸੀਂ ਬੜੇ ਸ਼ੌਕ ਦੇ ਨਾਲ ਅੱਜ ਵਿਆਹ ਤੇ ਜਾਣਾ, ਸ਼ਾਦੀ ਤੇ ਜਾਣਾ, ਸੈਂਟ ਛਿੜਕ ਲਓ। ਸੈਂਟ ਇਜ਼ ਕੈਮੀਕਲ, ਉਹ ਤੁਹਾਡੀ ਚਮੜੀ ਲਈ ਕੈਂਸਰ ਪੈਦਾ ਕਰ ਰਿਹਾ, ਤੁਹਾਡੀ ਚਮੜੀ ਲਈ ਵੱਖ-ਵੱਖ ਬਿਮਾਰੀਆਂ ਪੈਦਾ ਕਰ ਰਿਹਾ। ਮੇਰੀ ਸਮੂਹ ਵੀਰਾਂ ਨੂੰ ਬੇਨਤੀ ਆ ਕਿ ਮਤ ਸਮਝ ਕੇ ਤੁਹਾਡੀ ਕਰੀਮ ਜਿਹੜੀ ਆ ਉਹ ਨੇਵੀਆ ਨਹੀਂ, ਤੁਹਾਡੀ ਕਰੀਮ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਲੈਂਦੀ ਉਹ ਨਹੀਂ, ਤੁਹਾਡੀ ਕਰੀਮ ਤੇ ਐਲੋਵੀਰਾ। ਹਾਂਜੀ, ਐਲੋਵੀਰਾ ਜਿਹੜਾ ਆ ਉਹ ਤੁਹਾਡੀ ਅਸਲ ਕਰੀਮ ਆ। ਉਹ ਹਰ ਘਰ ਦੇ ਵਿੱਚ ਹੋਣਾ ਚਾਹੀਦਾ। ਨਿਆਜ਼ ਬੂਝ ਹਰ ਘਰ 'ਚ, ਕੜੀ ਪੱਤਾ ਹਰ ਘਰ ਦੇ ਵਿੱਚ ਹੋਣਾ ਚਾਹੀਦਾ, ਪੁਦੀਨਾ ਹਰ ਘਰ 'ਚ। ਇਹ ਗਮਲਿਆਂ ਦੇ ਵਿੱਚ ਹੋ ਜਾਂਦਾ। ਔਰ ਮੈਂ ਤੁਹਾਨੂੰ ਫੋਟੋ ਦਿਖਾ ਰਿਹਾ ਆ, ਇਹ ਹੈਗਾ ਮਰਿੰਗਾ PK1 ਸੁਹੰਜਣਾ। ਹਾਂਜੀ, ਇੱਕ ਸਰ ਮੈਂ ਜਾਣਕਾਰੀ ਥੋੜੀ ਇਹਦੇ ਵਿੱਚ ਹੋਰ ਅਪਡੇਟ ਕਰਦਾ ਕਿ ਊਦ ਦਾ ਜਿਹੜਾ ਸੈਂਟ ਆ, ਪਰਫਿਊਮ ਜਿਹਨੂੰ ਕਹਿ ਸਕਦੇ ਆ, ਇਤਰ ਕਹਿ ਸਕਦੇ ਆ, ਉਹ ਅਰਬ ਕੰਟਰੀਆਂ ਦੇ ਉੱਥੇ ਪ੍ਰੋਡਿਊਸ ਕਰਦੇ ਆ ਜੀ। ਉੱਥੋਂ ਦਾ ਕੋਈ ਰੁੱਖਾ ਜਾਂ ਪਤਾ ਨਹੀਂ ਕੀ ਆ, ਸ਼ਾਇਦ ਤੁਹਾਨੂੰ ਜਾਣਕਾਰੀ ਹੋਵੇ। ਉਹ ਚੰਡੀਗੜ੍ਹ, ਐਲਾਂਟੇ ਮਾਲ ਜਾਂ ਇੱਧਰ ਹੋਰ VR ਪੰਜਾਬ ਆ, ਤਾਂ ਉੱਥੇ ਬੜੇ ਵੱਡੇ ਸ਼ੋਰੂਮ 'ਚ ਉਹ ਹੀ ਐਡੀ ਕੁ ਸ਼ੀਸ਼ੀ ਛੋਟੀ ਜੀ, ਉਹ 9-10 ਹਜ਼ਾਰ ਰੁਪਏ ਦੀ ਮਿਲਦੀ ਹੈ ਜੀ। ਤਾਂ ਮੈਨੂੰ ਲੱਗਦਾ ਕਿ ਜੇ ਆਪਾਂ ਇਹ ਚੀਜ਼ ਨੂੰ ਤੇ ਧਿਆਨ ਦੇ ਕੇ ਅਗਰਵੁੱਡ ਤੇ ਆਪਾਂ ਵੀ ਇਹਨੂੰ, ਮੈਨੂੰ ਲੱਗਦਾ ਕਿ ਵਧੀਆ ਤਰੀਕੇ ਦੇ ਨਾਲ ਇਹਦੀ ਮਾਰਕੀਟਿੰਗ ਜਿਹੜੀ ਆ ਉਹ ਕਰ ਸਕਦੇ ਆ, ਜੇ ਇਸ ਚੀਜ਼ ਤੇ ਸਰਕਾਰ ਦਾ ਧਿਆਨ ਹੋਵੇ। ਦੇਖੋ, ਤੁਸੀਂ ਅਗਰ ਇਹ ਆਖੋ ਕਿ ਅਸੀਂ ਜਿਹੜਾ ਕੇਰਲਾ ਦੇ ਵਿੱਚ ਕਾਜੂ ਹੁੰਦਾ ਅਸੀਂ ਇੱਥੇ ਪੈਦਾ ਕਰ ਲਈਏ, ਨਹੀਂ ਹੋ ਸਕਦਾ। ਅਸੀਂ ਅਜਿਹਾ ਮੌਸਮ ਕਿੱਥੋਂ ਲਿਆਵਾਂਗੇ? ਗੀਰ ਗੁਜਰਾਤੀ ਗਾਂ, ਗੁਜਰਾਤ ਦੇ ਵਿੱਚ ਮੌਸਮ ਜਿਹੜਾ 33, 35, 36 ਡਿਗਰੀ ਰਹਿੰਦਾ ਆ, ਚਿਪਚਿਪਾ ਮੌਸਮ ਹੁੰਦਾ ਜਿਵੇਂ ਸਾਡਾ ਹੁਣ ਦਾ ਚੱਲ ਰਿਹਾ ਸੀਗਾ। ਔਰ ਗੀਰ ਨੂੰ ਇਸ ਤੋਂ ਉੱਤੇ ਟੈਂਪਰੇਚਰ ਨਹੀਂ ਚਾਹੀਦਾ। ਸਾਡਾ 0 ਡਿਗਰੀ ਟੈਂਪਰੇਚਰ ਹੈ, ਗੀਰ ਨੂੰ ਇਸ ਤੋਂ। ਔਰ ਆਪ ਜੀ ਦੀ ਜਾਣਕਾਰੀ ਵਾਸਤੇ, ਸ਼ੰਭੂ ਦਰਸ਼ਕ ਵੀਰ ਜਿਹੜੇ ਸੁਣ ਰਹੇ ਉਹਨਾਂ ਦੀ ਜਾਣਕਾਰੀ ਵਾਸਤੇ, ਮੇਰੇ ਕੋਲ CD ਆ। ਗੀਰ ਨੇ 68.9 ਲੀਟਰ ਦੁੱਧ ਦਿੱਤਾ ਬ੍ਰਾਜ਼ੀਲ ਦੇ ਵਿੱਚ, ਕੰਪੀਟੀਸ਼ਨ ਦੇ ਵਿੱਚ ਫਸਟ ਆਈ ਇੰਡੀਅਨ ਗਾਂ। ਅਸੀਂ ਹੋਸਟਨ ਜਰਸੀ ਬਾਹਰੋਂ ਲਿਆ ਰਹੇ ਹਾਂ, ਜਿਹਦਾ ਦੁੱਧ ਪੀਣ ਵਾਲਾ ਨਹੀਂ। HF ਦਾ ਦੁੱਧ ਜਿਹੜਾ ਆ ਉਹਦੇ ਵਿੱਚ A1 ਪ੍ਰੋਟੀਨ ਦੇ ਵਿੱਚ ਟੌਕਸਿਸ ਆ, ਪੋਇਜ਼ਨ ਆ, ਉਹ ਜ਼ਹਿਰੀਲਾ ਆ। ਹਾਂਜੀ ਹਾਂਜੀ। ਔਰ ਸਾਡੀ ਜਿਹੜੀ ਗੁਜਰਾਤੀ ਗਾਂ ਗੀਰ ਆ, ਔਰ ਸਾਡੀ ਸ਼ਾਹੀਵਾਲ ਆ, ਔਰ ਸਾਡੇ ਕੋਲ ਇਸ ਵੇਲੇ ਵੀ ਇੰਡੀਆ ਦੇ ਵਿੱਚ ਬਹੁਤ ਸਾਰੀਆਂ ਦੇਸੀ ਵੈਰਾਈਟੀਆਂ ਨੇ ਜਿਨ੍ਹਾਂ ਦਾ ਦੁੱਧ ਪੀਣ ਵਾਲਾ, ਕਿਉਂਕਿ ਉਹ ਪਿਗ ਤੋਂ ਕਨਵਰਟ ਕੀਤੀਆਂ ਹੋਈਆਂ ਜੋ ਕਿਹਾ ਜਾ ਰਿਹਾ। ਔਰ ਦੇਸੀ ਨਸਲਾਂ ਜਦੋਂ ਸਾਡੇ ਕੋਲ ਹੈਗੀਆਂ ਨੇ, ਔਰ ਤੁਸੀਂ ਸ਼ਾਹੀਵਾਲ ਗਾਂ ਨੂੰ ਅੱਛੀ ਤਰ੍ਹਾਂ ਪਾਲੋ ਤੇ ਸ਼ਾਹੀਵਾਲ ਗਾਂ ਜਿਹੜੀ ਆ 17-18 ਲੀਟਰ ਦੁੱਧ ਜਿਹੜਾ ਆ ਉਹ ਕੱਢ ਜਾਂਦੀ। ਸਾਡੇ ਕੋਲ ਹੈਗੀ ਆ, ਬੁੱਲ ਵੀ ਹੈਗੇ ਆ, ਸਾਡੇ ਕੋਲ ਸ਼ਾਹੀਵਾਲ ਗਾਵਾਂ ਵੀ ਹੈਗੀਆਂ। ਜਦੋਂ ਸਾਨੂੰ ਪਤਾ ਲੱਗਾ, ਅਸੀਂ ਇਹ 98-99 ਦੇ ਵਿੱਚ ਜਿਹੜੀਆਂ ਸੀ ਇਹ ਪੈਦਾ ਕਰ ਲਈਆਂ ਗਾਵਾਂ। ਹਾਂਜੀ, ਇੱਧਰੋਂ ਉੱਧਰੋਂ ਲੱਭ ਲਈਆਂ, ਅਸੀਂ ਰਾਜਸਥਾਨ ਵੱਲੋਂ ਜਾ ਕੇ ਲੈ ਕੇ ਆਏ ਹਾਂ। ਔਰ 1-2 ਤੋਂ ਫਿਰ ਸਾਡੇ ਬਹੁਤ ਸਾਰਾ ਭਰਪੂਰ ਹੋ ਗਿਆ ਸਾਰਾ ਕੰਮ। ਔਰ ਇਹ ਸਰ ਮੈਂ ਇਹਦੇ 'ਚ ਥੋੜੀ ਇੱਕ ਜਾਣਕਾਰੀ ਚਾਹੁੰਦਾ ਕਿ ਜਿਹੜੀਆਂ ਨਸਲਾਂ ਤੁਸੀਂ ਗਿਣਾ ਰਹੇ ਹੋ ਆਪਣੀਆਂ, ਹੈ ਨਾ, ਜਿਹੜੇ ਨੇਟਿਵ ਜਿਹੜੀਆਂ ਇੱਥੇ ਨਸਲਾਂ ਸੀ, ਕੀ ਉਹਨਾਂ ਦਾ ਸੀਮਨ ਮਿਲ ਸਕਦਾ ਜਾਂ ਕੋਈ ਕਿਸਾਨ ਵੀਰ ਜੇ ਕੋਈ ਫਾਰਮ ਬਣਾਉਣਾ ਚਾਹੁਣ ਤਾਂ ਇੱਥੋਂ ਮਿਲ ਸਕਦਾ? ਸੀਮਨ ਦੀ ਜਿਹੜੀ ਗੱਲ ਕੀਤੀ ਆ, ਇਹਦੇ ਵਿੱਚ ਹੁਣ ਤੁਸੀਂ ਜਿਵੇਂ ਕਹਿੰਦੇ ਨਾ ਪੁਲਿਸ ਵਾਲਾ ਡੰਡਾ ਲੈ ਕੇ ਤੇ ਬਕਾ ਲੈਂਦਾ ਆ, ਹੁਣ ਮੈਨੂੰ ਬਕਣਾ ਹੀ ਪਏਗਾ ਸੀਮਨ ਤੇ ਤੁਸੀਂ ਗੱਲ ਕੀਤੀ ਆ। ਔਰ ਸੀਮਨ ਜਿਹੜਾ ਆ ਇਹ ਜਦੋਂ ਲਿਆ ਜਾਂਦਾ, ਸ਼ਾਹੀਵਾਲ ਦਾ ਹੋਵੇ, ਗੀਰ ਦਾ ਹੋਵੇ, ਇਹਦੇ ਵਿੱਚ ਹਾਈਡਰੋਜਨ ਅਮੋਨੀਆ ਗੈਸ ਇੱਕ ਸਿਲੰਡਰ ਹੁੰਦਾ, ਉਹਦੇ ਵਿੱਚ ਸਪਰਮ ਰੱਖਿਆ ਜਾਂਦਾ।
ਹਾਂਜੀ, ਜਿਹੜਾ ਮਾਈਨਸ ਕਹਿੰਦੇ ਆ 15 ਡਿਗਰੀ ਤੋਂ 20 ਡਿਗਰੀ 22 ਡਿਗਰੀ ਤੱਕ ਹੁੰਦਾ। ਔਰ ਸਾਡੇ ਮੈਂ ਇਹ ਦੱਸ ਕੇ ਮੈਨੂੰ ਕੋਈ ਡਰ ਨਹੀਂ, ਕੋਈ ਖਤਰਾ ਨਹੀਂ। ਔਰ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਡਿਸਪੈਂਸਰੀਆਂ ਦੇ ਵਿੱਚ ਜਿਸ ਕੰਪਨੀ ਨੇ ਠੇਕਾ ਲਿਆ ਆ ਸਿਲੰਡਰ ਦੇ ਵਿੱਚ ਗੈਸ ਪਾਉਣ ਦਾ, ਔਰ ਵੈਟਰਨਰੀ ਡਾਕਟਰ ਜਿਹੜੇ ਆ ਮੇਰੇ ਵੀਰ, ਉਹਨਾਂ ਨੂੰ ਤੇ ਇਸ ਗੱਲ ਦਾ ਪਤਾ, ਜੱਟ ਨੂੰ ਇਸ ਗੱਲ ਦਾ ਨਹੀਂ ਪਤਾ। ਔਰ ਚੰਗਾ ਕੀਤਾ ਤੁਸੀਂ ਇਹ ਗੱਲ ਛੇੜ ਲਈ ਆ। ਔਰ ਉਹ ਜਿਹੜਾ ਸਪਰਮ ਆ ਉਹ ਤੇ ਮਰਿਆ ਹੁੰਦਾ ਜਦੋਂ ਡੰਗਰ ਦੇ ਅੰਦਰ ਰੱਖਿਆ ਜਾਂਦਾ ਆ। ਹਾਂਜੀ, ਕਿਸੇ ਖਾਸ ਡਿਸਪੈਂਸਰੀ ਦੇ ਵਿੱਚ ਉਹ ਸਿਲੰਡਰ ਹੈਗਾ ਆ, ਉਹਦੇ 'ਚ ਗੈਸ ਪਈ ਹੋਈ ਆ, ਸਪਰਮ ਜਿੰਦਾ ਆ। ਜਿੰਨੀਆਂ ਗਾਵਾਂ ਸੜਕ ਤੇ ਫਿਰ ਰਹੀਆਂ ਨੇ, ਔਰ ਮੈਂ ਇਹ ਦਰਸ਼ਕ ਵੀਰਾਂ ਨੂੰ, ਕਿਸਾਨਾਂ ਵੀਰਾਂ ਨੂੰ ਦੱਸਣਾ ਚਾਹੀਦਾ, ਗਾਂ ਦਾ ਕਸੂਰ ਨਹੀਂ, ਕਿਸਾਨ ਦਾ ਕਸੂਰ ਨਹੀਂ। ਜਿਹੜਾ ਸਪਰਮ ਉਹਦੇ ਅੰਦਰ ਰੱਖਿਆ ਜਾਂਦਾ ਉਹ ਤੇ ਮਰਿਆ ਸੀ। 3 ਮਹੀਨੇ ਬਾਅਦ ਡਾਕਟਰ ਕੋਲ ਜਾ ਕੇ ਜੋ ਚੈੱਕ ਕਰਾਈ ਤੇ ਵੈਟਰਨਰੀ ਡਾਕਟਰ ਕਹਿੰਦਾ ਜੀ ਇਹ ਤਾਂ ਗੱਲ ਨਹੀਂ ਬਣੀ, ਇਹ ਪ੍ਰੈਗਨੈਂਟ ਨਹੀਂ। ਔਰ ਫਿਰ ਉਹ ਸਪਰਮ ਰੱਖ ਦਿੰਦੇ ਆ, ਸਪਰਮ ਫਿਰ ਮਰਿਆ ਹੀ ਰੱਖਿਆ। ਔਰ ਜਦੋਂ ਸਪਰਮ ਰੱਖ ਦਿੰਦੇ ਆ 3 ਮਹੀਨੇ ਬਾਅਦ ਜੱਟ ਜਦੋਂ ਫਿਰ ਜਾ ਕੇ ਚੈੱਕ ਕਰਾਉਂਦਾ, ਗਾਂ ਫਿਰ ਜਿਹੜੀ ਆ ਪ੍ਰੈਗਨੈਂਟ ਨਹੀਂ। ਔਰ ਜੱਟ ਕਹਿੰਦਾ ਮੈਂ ਮਰ ਗਿਆ, ਪੱਠੇ ਪਾ ਕੇ ਇੰਨੀ ਸੰਭਾਲ ਕੀਤੀ, ਇੰਨਾ ਖਰਚਾ ਕਰ ਰਿਹਾ, ਉਹ ਫਿਰ ਸੜਕ ਤੇ ਛੱਡ ਦਿੰਦਾ। ਉਹ ਗਾਵਾਂ ਜਿਹੜੀਆਂ ਚੰਗੀਆਂ ਨੇ ਅਸੀਂ ਫੜ ਕੇ, ਮੈਂ ਅੱਜ ਵੀ ਤੁਹਾਨੂੰ ਦਿਖਾ ਸਕਦਾ ਹਾਂ। ਔਰ ਉਹ ਗਾਵਾਂ ਜਦੋਂ ਇੱਥੇ ਅਸੀਂ ਲਿਆਉਂਦੇ ਆ, ਸਾਡੇ ਕੋਲ ਬੋਲਿਆ ਆਉਂਦਿਆਂ ਹੀ ਪ੍ਰੈਗਨੈਂਟ ਹੋ ਜਾਂਦੀਆਂ ਆ। ਔਰ ਅਸੀਂ ਡਾਕਟਰ ਭੈਣ ਇੰਦਰਜੀਤ ਕੌਰ, ਉਹ ਦੇਵਤਾ ਰੂਪ ਨੇ, ਔਰ ਉਹ ਕਹਿ ਦਿੰਦੇ ਆ ਕਿ ਰਾਜਵੀਰ ਜੀ ਲੋੜਵੰਦ ਨੂੰ ਫਰੀ ਦੇ ਦਿਓ। ਹਾਂਜੀ, ਔਰ ਲੋੜਵੰਦ ਨੂੰ ਅਸੀਂ ਉਹ ਗਾਂ ਫਰੀ ਦੇ ਦਿੰਦੇ ਆ। ਜੇ ਕੋਈ ਪੈਸੇ ਵਾਲਾ ਆਵੇ ਉਹਨੂੰ ਅਸੀਂ ਕਹਿੰਦੇ ਵੀ ਤੇਰੇ ਕੋਲ ਪੈਸੇ ਹੈਗੇ ਆ, ਤੂੰ ਪਿੰਗਲਵਾੜੇ ਨੂੰ ਕੁਛ ਨਾ ਕੁਛ ਦਾਨ ਕਰਕੇ ਜਾ। ਔਰ ਮੈਨੂੰ ਕਹਿਣ ਤੋਂ ਕੋਈ ਸੰਕੋਚ ਨਹੀਂ ਕਿ ਉਹਨਾਂ ਗਾਵਾਂ ਦਾ ਕੋਈ ਕਸੂਰ ਨਹੀਂ ਜਿਹੜੀਆਂ ਸੜਕਾਂ ਤੇ ਫਿਰ ਰਹੀਆਂ ਨੇ, ਕਸੂਰ ਸਾਡਾ ਆ, ਕਿਉਂਕਿ ਸਪਰਮ ਜਿਹੜਾ ਸੀ ਉਹ ਤੇ ਮਰਿਆ ਹੋਇਆ। ਔਰ ਡਾਕਟਰ ਵੀਰ ਜੇ ਮੇਰੀ ਆਵਾਜ਼ ਸੁਣਦੇ, ਉਹਨਾਂ ਨੂੰ ਇਸ ਗੱਲ ਦਾ ਪਤਾ, ਹਾਂਜੀ, ਕਿ ਸਪਰਮ ਤੇ ਮਰਿਆ ਸੀ ਜਿਹੜਾ ਡੰਗਰ ਦੇ ਅੰਦਰ ਰੱਖਿਆ। ਕਿੰਨੀਆਂ ਡਿਸਪੈਂਸਰੀਆਂ ਦੇ ਕੋਲ ਸਿਲੰਡਰ ਨੇ, ਔਰ ਕਿੰਨੀਆਂ ਡਿਸਪੈਂਸਰੀਆਂ ਜਿਹੜੀਆਂ ਆ ਸਪਰਮ ਰੱਖ ਕੇ ਤੇ ਨਾਲ ਹੀ ਹਾਈਡਰੋਜਨ ਅਮੋਨੀਆ ਗੈਸ ਪਹਿਲਾਂ ਹੀ ਸਿਲੰਡਰ ਦੇ ਵਿੱਚ ਪਈ ਹੁੰਦੀ ਆ। ਇਹ ਇੱਕ ਬੜਾ ਕਾਲਾ ਧੰਦਾ ਆ। ਦੱਸੋ ਸਰ, ਕਾਲਾ ਧੰਦਾ ਇਹ ਮਤਲਬ ਸੀਮਨ ਲੈ ਕੇ ਆਉਂਦੇ ਨੇ ਇੱਥੇ, ਹਜ਼ਾਰ ਦਾ ਟੀਕਾ, 1500 2-2000 ਦਾ ਟੀਕਾ, ਜਿਹੜਾ ਹਿਮਾਚਲ ਤੋਂ ਜਾਂ ਇਹ ਦੱਸ ਕੇ ਲਿਆਂਦਾ ਜਾਂਦਾ ਹੈ ਕਿ ਹਰਿਆਣੇ ਤੋਂ ਆਇਆ, ਹਨਾ। ਇਹ ਫਲਾਣੇ 2-3 ਨਾਮ ਬੁੱਲਾਂ ਦੇ ਲੈ ਜਾਂਦੇ ਆ ਤੇ ਉਹਨਾਂ ਦੇ ਨਾਮ ਤੇ ਵਿਕਦਾ ਹੈ ਜੀ। ਤਾਂ ਉਹ ਨਸਲ ਜਿਹੜੀ ਪਤਾ ਨਹੀਂ ਵੀ ਹੁਣ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਉਹ ਮਰਿਆ ਹੁੰਦਾ, ਸ਼ਾਇਦ ਕਿਤੇ ਥੋੜਾ ਬਹੁਤਾ ਐਕਟਿਵ ਵੀ ਹੋਵੇ ਤੇ ਉਹਦਾ ਥੋੜਾ ਬਹੁਤਾ ਰਿਜ਼ਲਟ ਮਿਲਦਾ ਹੋਊਗਾ। ਸ਼ਾਇਦ ਮੈਨੂੰ ਲੱਗਦਾ ਕਿ ਬਹੁਤ ਵੱਡਾ ਸਕੈਮ ਆ ਜਿਹਦੇ ਵਿੱਚ ਸਾਡੀ ਕਿਸਾਨੀ, ਸਾਡੇ ਜਿਹੜੇ ਬਹੁਤ ਸਾਰੇ ਫਾਰਮ ਆ ਉਹ ਡੁੱਬ ਗਏ ਆ। ਕਿਉਂਕਿ ਗਾਵਾਂ ਦੇ ਫਾਰਮ 100 ਦੇ ਵਿੱਚੋਂ 80% ਪੰਜਾਬ ਦੇ ਵਿੱਚ ਫਲੋਪ ਹੋਣ ਦਾ ਕਾਰਨ ਮੈਨੂੰ ਲੱਗਦਾ ਕਿ ਜਿਹੜੀ ਤੁਸੀਂ ਆਹ ਚੀਜ਼ ਦੱਸੀ ਆ, ਇਹ ਬਹੁਤ ਵੱਡਾ ਕਾਰਨ ਹੋਊਗਾ ਜੀ। ਜਿਹੜੇ ਬਾਹਰੋਂ ਸੀਮਨ ਆ ਰਹੇ ਆ ਉਹ ਤਾਂ ਪ੍ਰਜਰਵ ਕਰਕੇ ਆ ਰਹੇ ਆ, ਉਹਨਾਂ ਬਾਰੇ ਇਹੋ ਜੀ ਕੋਈ ਗੱਲ ਨਹੀਂ। ਜਿਹੜੇ ਸਾਡਾ ਲੋਕਲ ਆ ਇੱਥੇ, ਜਿਵੇਂ ਵੇਰਕੇ ਸੀਗਾ, ਹਾਂਜੀ, ਔਰ ਇਹ ਜਿਹੜੀ ਕੰਪਨੀ ਨੇ ਠੇਕਾ ਲਿਆ ਆ, ਉਹ ਹਾਈਡਰੋ ਅਮੋਨੀਆ ਗੈਸ ਜਿਹੜੀ ਪਾਉਣੀ ਸੀ ਸਿਲੰਡਰ ਦੇ ਵਿੱਚ, ਏਡਾ ਕੁ ਲੰਮਾ ਸਿਲੰਡਰ ਹੁੰਦਾ ਆ, ਤਕਰੀਬਨ 1.5 ਫੁੱਟ ਦਾ ਹੁੰਦਾ ਆ। ਔਰ ਉਹ ਜਿਹੜਾ ਉਹਦੇ ਵਿੱਚ ਸਪਰਮ ਰੱਖਣ ਤੋਂ ਪਹਿਲਾਂ ਗੈਸ ਹੈ ਕਿ ਨਹੀਂ ਹੈ, ਹਾਂਜੀ, ਇਹ ਇੱਕ ਬੜਾ ਮਤਲਬ ਲੁਕਿਆ ਛਿਪਿਆ ਜਿਹਾ ਵਿਸ਼ਾ ਆ। ਹਾਂਜੀ, ਔਰ ਜਿਹੜਾ ਬਾਹਰੋਂ ਆ ਰਿਹਾ ਉਹ ਤੇ ਬਕਾਇਦਾ ਪ੍ਰਜਰਵ ਕੀਤਾ ਹੁੰਦਾ ਆ, ਉਹਦਾ ਨਹੀਂ ਖਤਰਾ ਹੈਗਾ ਬਹੁਤਾ। ਜਿਹੜਾ ਸਾਡਾ ਇੱਥੇ ਲੋਕਲ ਕੰਮ ਚੱਲ ਰਿਹਾ, ਇਹਦਾ ਸਾਨੂੰ ਜਿਹੜਾ ਆ ਬਹੁਤ ਸਾਰਾ ਡਾਊਟ ਆ। ਔਰ ਮੈਂ ਆਮ ਕਿਸਾਨ ਵੀਰਾਂ ਨੂੰ ਕਿਹਾ ਕਿ ਜਦੋਂ ਤੁਹਾਡੀ ਗਾਂ ਹੀਟ 'ਚ ਹੋਵੇ, ਤੁਸੀਂ 24 ਘੰਟੇ ਇੱਥੇ ਛੱਡ ਜਾਓ। ਔਰ ਬਹੁਤ ਸਾਰੇ ਆਲੇ ਦੁਆਲੇ ਦੇ ਕਿਸਾਨ ਵੀਰ ਜਿਹੜੇ ਆ ਇੱਥੇ ਗਾਂ ਛੱਡ ਜਾਂਦੇ ਆ, ਔਰ ਜਦੋਂ ਕਰਾਸ ਹੋ ਜਾਂਦੀ ਆ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਜੀ ਆਪਣੀ ਗਾਂ ਜਿਹੜੀ ਆ 24 ਘੰਟੇ ਬਾਅਦ ਇੱਥੋਂ ਲੈ ਜਾਓ। ਕਿਉਂਕਿ ਪਿੰਗਲਵਾੜੇ ਦਾ ਕੰਮ ਹੀ ਆ, ਕਰ ਭਲਾ ਹੋ ਭਲਾ, ਅੰਤ ਭਲੇ ਦਾ ਭਲਾ, ਗੁਰੂ ਸਾਹਿਬ ਦਾ ਉਪਦੇਸ਼ ਆ। ਔਰ ਸੇਵਾ ਦਾ ਹੀ ਮਿਸ਼ਨ ਹੈ ਸਾਰਾ ਪਿੰਗਲਵਾੜੇ ਦਾ। ਔਰ ਥੋੜੀ ਜਿਹੀ ਸੇਵਾ ਸਾਡੇ ਇਹ ਕਹਿ ਦਿੰਦੇ ਆ ਕਿ ਕੇਸਰ ਦੀ ਖੇਤੀ, ਮਾਨਸੇ ਦਾ ਇੱਕ ਵੀਰ ਕਹਿ ਰਿਹਾ ਮੈਂ ਕੇਸਰ ਦੀ ਖੇਤੀ ਕੀਤੀ। ਮੈਂ ਉਹਨਾਂ ਨੂੰ ਕਿਹਾ ਭਲਿਆ, ਕੇਸਰ ਤਾਂ ਇੱਕ ਵੈਲੀ ਆ ਸ੍ਰੀਨਗਰ ਦੇ ਵਿੱਚ, ਤੁਸੀਂ ਵੀ ਸ਼ਾਇਦ ਕਿਸੇ ਨੇ ਦੇਖੀ ਹੋਊਗੀ। ਉੱਥੇ ਮਾਈਨਸ ਜਦੋਂ 5-4 ਡਿਗਰੀ ਟੈਂਪਰੇਚਰ ਜਾਂਦਾ, ਉਦੋਂ ਕੇਸਰ ਨੂੰ ਫਲਾਵਰ ਆਉਂਦੇ ਆ। ਪੰਜਾਬ ਦੇ ਵਿੱਚ ਕੇਸਰ ਕਿੱਥੋਂ ਹੋ ਗਿਆ? ਹਾਂਜੀ, ਔਰ ਉਹ ਵਿਚਾਰਾ ਅਣਜਾਣੇ ਦੇ ਵਿੱਚ, ਹੁਣ ਕਈ ਕਹਿੰਦੇ ਜੀ ਅਸੀਂ ਬਦਾਮ ਲਾਏ ਆ, ਕੋਈ ਕਹਿੰਦਾ ਜੀ ਅਸੀਂ ਚੰਦਨ ਲਾਇਆ, ਕੋਈ ਮਤਲਬ ਦੇਖੋ ਜਿਹੜਾ ਕਾਜੂ ਆ ਉਹ ਕੇਰਲਾ 'ਚ ਹੋ ਰਿਹਾ, ਜਿਹੜਾ ਕਿੰਨੂ ਆ ਉਹ ਅਬੋਰ ਸਾਈਡ ਭਾਵ ਕਿ ਰਾਜਸਥਾਨ ਬੈਲਟ ਦੇ ਵਿੱਚ ਹੋ ਰਿਹਾ, ਪੱਥਰਨਾਖ ਉਹ ਅੰਮ੍ਰਿਤਸਰ ਦੇ ਵਿੱਚ ਹੋ ਰਹੀ ਆ। ਦਰਿਆ ਤੇ ਇੱਧਰ ਸਾਰੇ ਜਿਹੜਾ ਰਾਵੀ ਦਾ ਏਰੀਆ ਆ, ਇਸ ਪਾਸੇ ਪੱਥਰਨਾਗ, ਜਨਾਲਾ ਤਹਿਸੀਲ ਵਾਲ ਖਾਸ ਕਰਕੇ ਪੱਟੀ ਵੱਲ ਹੋ ਰਹੀ ਆ, ਇੱਧਰ ਗੁਰਦਾਸਪੁਰ ਦੇ ਨਾਲ ਲੱਗਦਾ। ਔਰ ਜਿਹੜੀ ਲੀਚੀ ਆ ਉਹ ਗੁਰਦਾਸਪੁਰ ਦੇ ਵਿੱਚ ਹੋ ਰਹੀ ਆ, ਕੁਛ ਏਰੀਆ ਹੁਸ਼ਿਆਰਪੁਰ ਦਾ ਰਿਹਾ। ਭਾਵ ਇਹ ਕਿ ਮੌਸਮ ਅਨੁਸਾਰ ਸਾਡਾ ਰੰਗ ਰੂਪ ਆ, ਮੌਸਮ ਅਨੁਸਾਰ ਸਾਡਾ ਸੁਭਾਅ ਵੀ ਆ, ਔਰ ਮੌਸਮ ਅਨੁਸਾਰ ਹੀ ਜੀਵ ਜੰਤੂ ਆ। ਸਾਨੂੰ ਇਸ ਗੱਲ ਨੂੰ ਨਹੀਂ ਭੁੱਲਣਾ ਚਾਹੀਦਾ।
ਸਰ ਇਹਦੇ ਵਿੱਚੋਂ ਇੱਕ ਕੁਐਸਚਨ ਆ ਕਿ ਬਹੁਤ ਸਾਰੇ ਕਿਸਾਨ ਵੀ ਸਾਡੇ ਨਾਲ ਜੁੜੇ ਹੁੰਦੇ ਆ ਜੀ। ਤਾਂ ਹੁਣ ਇੱਕ ਕੁਐਸਚਨ ਇਹ ਆ ਕਿ ਜੇ ਉਹ ਮਿੱਟੀ ਪਰਖ ਕਰਵਾ ਕੇ ਜਾਂ ਜਿੱਥੋਂ ਤੁਸੀਂ ਕਹੋਗੇ ਉਹ ਮਿੱਟੀ ਉੱਥੋਂ ਪਰਖ ਦਾ ਉਹਨਾਂ ਮਤਲਬ ਟੈਸਟ ਕਰਵਾ ਕੇ ਤੁਹਾਡੇ ਕੋਲ ਲਏ ਹੁਣ, ਕੀ ਉਹਨਾਂ ਦੇ ਜਿਹੜਾ ਖਿੱਤਾ ਜਿਹੜੀ ਜਗ੍ਹਾ ਤੇ ਉਹ ਆਪਦੀ ਖੇਤੀ ਕਰਦੇ ਨੇ ਜਿੱਥੋਂ ਆਏ ਹੁੰਦੇ ਆ, ਉਹਨਾਂ ਦੇ ਮੁਤਾਬਕ ਉਹਨਾਂ ਨੂੰ ਤੁਸੀਂ ਸੁਜੈਸਟ ਕਰ ਸਕਦੇ ਹੋ ਵੀ ਕਿਹੜਾ ਫਲ ਜਾਂ ਕਿਹੜੀ ਖੇਤੀ ਉਹ ਬੀਜ ਸਕਦੇ ਆ, ਜਾਂ ਉਹਦੇ ਬਾਰੇ ਜਾਣਕਾਰੀ ਦੇ ਸਕਦੇ ਹੋ ਵੀ ਕਿਵੇਂ ਬੀਜ ਸਕਦੇ ਆ? ਦੇਖੋ, ਇਹਦੇ ਵਿੱਚ ਸਾਡੀਆਂ ਜਿਹੜੀਆਂ ਯੂਨੀਵਰਸਿਟੀਆਂ ਨੇ, ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ, ਉਹਦੇ ਵਿੱਚ ਹਾਰਟੀਕਲਚਰ ਵਿੰਗ ਬਹੁਤ ਵੱਡਾ ਆ, ਔਰ ਉਹ ਬੁੱਕ ਵੀ ਉਹਨਾਂ ਛਪਾਈਆਂ ਹੋਈਆਂ ਮੇਰੇ ਕੋਲ, ਉਹ ਸਾਰੀਆਂ ਬੁੱਕ ਵੀ ਹੈਗੀਆਂ ਕਿ ਕਿਹੜਾ ਫਰੂਟ ਕਿਹੜੇ ਸਮੇਂ ਦੇ ਵਿੱਚ ਲੱਗਦਾ ਔਰ ਕਿਹੜਾ ਪੌਦਾ ਫਰੂਟ ਦਾ ਕਿਹੜੇ ਸਮੇਂ 'ਚ ਲੱਗਦਾ। ਜਿਵੇਂ ਪੱਥਰਨਾਖ ਆ, ਪੱਥਰਨਾਖ ਜਿਹੜੀ ਆ ਉਹ ਜਨਵਰੀ 15 ਤੋਂ 15 ਫਰਵਰੀ ਤੱਕ 10 ਫਰਵਰੀ ਤੱਕ ਲੱਗਦੀ ਆ। ਇਵੇਂ ਕਿੰਨੂ ਦਾ ਟਾਈਮ ਹੈ, ਸੰਤੇ ਦਾ ਟਾਈਮ ਆ, ਮਸੰਮੀ ਦਾ ਟਾਈਮ ਆ, ਹਾਂਜੀ ਨਾਖ ਦਾ ਟਾਈਮ, ਲੀਚੀ ਦਾ ਟਾਈਮ ਆ। ਔਰ ਮੌਸਮ ਅਨੁਸਾਰ ਜਿਹੜਾ ਉਹ ਪੌਦਾ ਜਿਹੜਾ ਆ ਉਹ ਹੋਣਾ ਆ। ਅਸੀਂ ਧੱਕੇ ਨਾਲ ਪੌਦਾ ਮੌਸਮ ਕਿੱਥੋਂ ਲਿਆ ਕੇ ਦੇਵਾਂਗੇ? ਗੀਰ ਦੀ ਤੁਸੀਂ ਗੱਲ ਕੀਤੀ ਸੀ, ਗੀਰ ਨੂੰ ਮੌਸਮ ਕਿੱਥੋਂ ਦੇਵਾਂਗੇ? ਇਸ ਕਰਕੇ ਇਹ ਸਾਨੂੰ ਨਹੀਂ ਭੁੱਲਣਾ ਚਾਹੀਦਾ ਕਿ ਸਾਨੂੰ ਉਹੀ ਕੰਮ ਕਰਨਾ ਚਾਹੀਦਾ ਜੋ ਸਾਡੀ ਯੂਨੀਵਰਸਿਟੀ ਨੇ ਰਿਕਮੈਂਡ ਕੀਤਾ ਹੋਇਆ ਸਾਨੂੰ ਮੌਸਮ ਅਨੁਸਾਰ। ਉਹਦਾ ਤੁਸੀਂ ਲਿਟਰੇਚਰ, ਮੇਰੀ ਕਿਸਾਨ ਵੀਰਾਂ ਨੂੰ ਬੇਨਤੀ ਆ ਕਿ ਜੇ ਤਾਂ ਉਹਦੇ ਵਿੱਚ ਫਰਟੀਲਾਈਜ਼ਰ ਪੈਸਟੀਸਾਈਡ ਦਾ ਹੈ ਤੇ ਤੁਸੀਂ ਉਹ ਨਾ ਪੜੋ, ਜਿਹਦੇ ਵਿੱਚ ਬੀ ਕਿੰਨਾ ਪਾਉਣਾ ਇੰਜੀਨੀਅਰਿੰਗ ਵਿੰਗ ਯੂਨੀਵਰਸਿਟੀ ਦਾ, ਔਰ ਥ੍ਰੈਸ਼ਰ ਨੂੰ ਕਿੱਦਾਂ ਸੰਭਾਲਣਾ, ਟਰੈਕਟਰ ਨੂੰ ਕਿੱਦਾਂ ਸੰਭਾਲਣਾ ਆ, ਤੁਸੀਂ ਕਿਵੇਂ ਬੈੱਡਾਂ ਦੀ ਡਿਸਟੈਂਸ ਰੱਖਣੀ ਆ, ਔਰ ਕਿਵੇਂ ਸਪ੍ਰਿੰਕਲਰ ਤੇ ਕੰਮ ਕਰਨਾ ਆ, ਕਿਵੇਂ ਡ੍ਰਿਪ ਤੇ ਕੰਮ ਕਰਨਾ। ਇਹ ਯੂਨੀਵਰਸਿਟੀ ਨੇ ਸਾਰਾ ਲਿਟਰੇਚਰ ਛਪਾਇਆ ਹੋਇਆ। ਯੂਨੀਵਰਸਿਟੀ ਨੇ ਇਹ ਕਿਤਾਬਾਂ ਜਿਹੜੀਆਂ ਆ ਉਹ ਕਿਸਾਨਾਂ ਨੂੰ ਕਹਿੰਦੇ ਲੈ ਕੇ ਜਾਓ, ਔਰ ਕਿਸਾਨ ਨੂੰ ਚਾਹੀਦਾ ਕਿ ਹਰ ਘਰ ਦੇ ਵਿੱਚ ਜਿਹੜੀ ਯੂਨੀਵਰਸਿਟੀ ਦੀ ਬੁੱਕ ਆ ਉਹਨਾਂ ਦੇ ਕੋਲ ਹਾੜੀ ਦੀਆਂ ਸਬਜ਼ੀਆਂ, ਸੌਣੀ ਦੀਆਂ ਸਬਜ਼ੀਆਂ, ਔਰ ਝੋਨਾ, ਕਣਕ, ਜਿੰਨੀਆਂ ਵੀ ਫਸਲਾਂ ਨੇ ਸਾਰਾ ਲਿਟਰੇਚਰ ਯੂਨੀਵਰਸਿਟੀ ਨੇ ਛਪਾਇਆ ਹੋਇਆ, ਔਰ ਸਾਡੇ ਕੋਲ ਸਾਰਾ ਲਿਟਰੇਚਰ ਹੈਗਾ। ਅਸੀਂ ਸਮੇਂ-ਸਮੇਂ ਉਹ ਵੀ ਪੜ੍ਹਦੇ ਹਾਂ, ਔਰ ਉਹਦੇ ਤੋਂ ਵੀ ਅਸੀਂ ਗਾਈਡਲਾਈਨ ਲੈਂਦੇ ਹਾਂ ਕਿ ਕਿਹੜੇ ਸਮੇਂ ਦੇ ਵਿੱਚ ਕਿਹੜੀ ਫਸਲ ਜਿਹੜੀ ਆ, ਕਿੱਥੇ ਕਿਹੜਾ ਅਨਾਜ, ਕਿਹੜਾ ਫਰੂਟ ਜਿਹੜਾ ਆ ਉਹ ਬੀਜਣਾ, ਕਿੰਨਾ ਬੀਜ ਉਹਦਾ ਪਾਉਣਾ। ਹਾਂ, ਅਸੀਂ ਪੈਸਟੀਸਾਈਡ ਦਾ ਲਿਖਿਆ ਕਿ ਫਲਾਣੀ ਦਵਾਈ ਪਾਓ ਔਰ ਕੀੜੇ ਮਾਰ ਦਵਾਈ ਫਲਾਣੀ ਪਾਓ, ਉਹ ਅਸੀਂ ਨਹੀਂ ਪੜ੍ਹਦੇ। ਹਾਂਜੀ, ਬਾਕੀ ਅਸੀਂ ਯੂਨੀਵਰਸਿਟੀ ਦਾ ਲਿਟਰੇਚਰ ਜਿਹੜਾ ਆ ਉਹ ਪੜ੍ਹਨਾ ਚਾਹੀਦਾ ਸਾਨੂੰ। ਸਰ, ਇੱਕ ਹੋਰ ਨਾਲ ਜਾਣਕਾਰੀ ਚਾਹੀਦੀ। ਹੁਣ ਆ ਗਿਆ ਪਾਣੀ ਦਾ ਵਿਸ਼ਾ, ਕਿ ਪਾਣੀ ਮੈਂ ਦੇਖਿਆ ਕਿ ਤੁਸੀਂ ਇੱਕ ਤਾਂ ਪਾਈਪ ਲੱਗੀ ਹੋਈ ਹੈ ਜੀ ਜਿਹੜੀ ਕਮਾਦ ਦੇ ਵਿੱਚ ਦੀ ਹੈ ਨਾ, ਤੁਸੀਂ ਉਸ ਤਰੀਕੇ ਨਾਲ ਪਾਣੀ ਲਾਉਣੇ। ਇੱਕ ਬੈੱਡ ਸਿਸਟਮ ਆ ਜੀ, ਡ੍ਰਿਪ ਸਿਸਟਮ ਸਸਤਾ ਜਾਂ ਵਧੀਆ ਹੈ ਕਿ ਬੈੱਡ ਸਿਸਟਮ ਸਸਤਾ ਜਾਂ ਵਧੀਆ? ਦੇਖੋ, ਗੱਲ ਇਹ ਆ, ਜਿਹੜਾ ਬੈੱਡ ਸਿਸਟਮ ਹੁੰਦਾ ਇੱਕ ਨਹੀਂ ਹੁੰਦਾ। ਤੁਸੀਂ ਵੈਜੀਟੇਬਲ ਤੇ ਆਓ, ਸਬਜ਼ੀਆਂ, ਤੁਹਾਨੂੰ ਹਲਵਾ, ਕੱਦੂ ਵੈਰਾਈਟੀ ਹੈ, ਕੱਦੂ ਜਾਤੀ ਸਾਰੀ, ਹਲਵੇ ਲਈ ਤੁਹਾਨੂੰ ਕਿੱਡਾ ਚੌੜਾ ਬੈੱਡ ਚਾਹੀਦਾ? 2.5 ਮੀਟਰ 3 ਮੀਟਰ ਚੌੜਾ ਬੈੱਡ ਜਿਹੜਾ ਚਾਹੀਦਾ। ਘੀਏ ਵਾਸਤੇ ਕਿੰਨਾ ਬੈੱਡ ਚੌੜਾ ਚਾਹੀਦਾ? ਕਰੇਲੇ ਵਾਸਤੇ ਕਿੰਨਾ ਬੈੱਡ ਚਾਹੀਦਾ? ਟਿੰਡੇ ਵਾਸਤੇ ਕਿੰਨਾ ਬੈੱਡ ਚਾਹੀਦਾ? ਬੈਂਗਣ ਵਾਸਤੇ ਕਿੰਨਾ ਚੌੜਾ ਬੈੱਡ ਚਾਹੀਦਾ? ਇਹ ਵੱਖ-ਵੱਖ ਬੈੱਡ ਜਿਹੜੇ ਆ ਪੌਦੇ ਦੀ ਗਰੋਥ ਦੇ ਹਿਸਾਬ ਨਾਲ, ਉਹਦੀ ਉਚਾਈ ਦੇ ਹਿਸਾਬ ਨਾਲ ਬੈੱਡ ਜਿਹੜੇ ਆ ਇਹ ਬਣਾਏ ਜਾਂਦੇ ਆ। ਸਾਰੇ ਇੱਕ ਤਰ੍ਹਾਂ ਦੇ ਬੈੱਡ ਨਹੀਂ ਹੁੰਦੇ। ਦੂਸਰੀ ਗੱਲ ਆ ਗਈ ਸਪ੍ਰਿੰਕਲਰ। ਸਪ੍ਰਿੰਕਲਰ ਸਿਸਟਮ ਜਿਹੜਾ ਆ ਸਾਨੂੰ ਗੌਰਮੈਂਟ ਵੱਲੋਂ, ਡਿਪਾਰਟਮੈਂਟ ਸਾਇਲ ਵੱਲੋਂ ਜਿਹੜਾ ਆ ਉਹ ਸਾਨੂੰ ਇੱਕ ਗਨ ਇੱਥੇ ਫ੍ਰੀ ਦੇ ਕੇ ਗਏ, ਜਿਹਦੀ ਕੀਮਤ ਮੇਰੇ ਖਿਆਲ 1.25 ਲੱਖ ਦੇ ਕਰੀਬ ਆ। ਔਰ ਅਸੀਂ ਆਪਣਾ ਵੀ ਸਪ੍ਰਿੰਕਲਰ ਸਿਸਟਮ ਬਣਾਇਆ ਹੋਇਆ, ਔਰ ਉਹਦੇ 'ਚ ਵੀ ਥੋੜ੍ਹਾ ਸਾਨੂੰ ਮੋਡੀਫਾਈ ਜਿਹੜਾ ਸੀ ਕਰਨਾ ਪਿਆ, ਕਿਉਂਕਿ ਪੱਤਿਆਂ ਦੇ ਪੌਦੇ ਦੇ ਫੁੱਲ ਨਾ ਕਿਰਨ, ਉਹਦੇ ਪੱਤੇ ਨਾ ਕਿਰਨ। ਇਵੇਂ ਹੀ ਅਸੀਂ ਡ੍ਰਿਪ ਸਿਸਟਮ ਜਿਹੜਾ ਆ ਉਹ ਗੰਨੇ ਦੇ ਵਿੱਚ ਵਿਛਾਇਆ ਹੋਇਆ, ਔਰ ਉਹ 10 ਮਹੀਨੇ ਲਗਾਤਾਰ ਉਹਦੇ ਵਿੱਚ ਰਹਿਣਾ। ਜਦੋਂ ਗੰਨਾ ਅਸੀਂ ਕੱਟਣਾ ਆ, ਹਾਂਜੀ ਗੁੜ ਬਣਾਉਣਾ, ਉਦੋਂ ਅਸੀਂ ਉਹ ਪਾਈਪ ਬਲੇਟ ਕੇ ਜਿਹੜੀ ਉਹ ਰੱਖ ਲੈਣੀ ਆ। ਜਦੋਂ ਅਸੀਂ ਗੰਨਾ ਗਾਂ ਫੇਰ ਅੱਗੇ ਤਿਆਰ ਕਰਨਾ ਆ, ਉਹਦੇ ਵਿੱਚ ਅਸੀਂ ਪਾਈਪ ਜਿਹੜੀ ਬੈੱਡਾਂ ਦੇ ਸੈਂਟਰ ਦੇ ਵਿੱਚ ਉਹਨਾਂ ਨੂੰ ਵਿਛਾ ਦੇਣੀ ਆ। ਇਸ ਤਰ੍ਹਾਂ ਕਰਕੇ ਭਾਵ ਵੀ ਇਹ ਬੈੱਡ ਇੱਕ ਤਰੀਕੇ ਦੇ ਨਹੀਂ। ਕਣਕ ਵਾਸਤੇ ਬੈੱਡ ਹੋ ਰਿਹਾ, ਹਾਂਜੀ, ਝੋਨੇ ਦੀ ਫਸਲ ਵਾਸਤੇ ਬੈੱਡ ਹੋ ਰਿਹਾ, ਮੱਕੀ ਵਾਸਤੇ ਹੋ ਰਿਹਾ, ਔਰ ਵੱਖ-ਵੱਖ ਫਸਲਾਂ ਜਿਹੜੀਆਂ ਉਹਨਾਂ ਦੀ ਗਰੋਥ ਦੇ ਹਿਸਾਬ ਨਾਲ ਬੈੱਡ ਜਿਹੜਾ ਉਹ ਹਾਈਟ ਵੇਟ ਉਹਦੀ ਗਰੋਥ ਦੇ ਹਿਸਾਬ ਨਾਲ, ਉਹਦਾ ਮਤਲਬ ਟਿਲਰਿੰਗ ਕਿੰਨੀ ਆ ਉਹਦੇ ਹਿਸਾਬ ਨਾਲ ਬੈੱਡ ਬਣਾਏ ਜਾਂਦੇ। ਠੀਕ ਹੈ। ਤੇ ਸਰ ਹੁਣ ਆਪਾਂ ਆ ਜਾਂਦੇ ਹਾਂ ਜੀ ਸਪਰੇਅ ਤੇ ਖਾਦ ਤੇ। ਸਪਰੇਅ ਤੇ ਖਾਦ ਤੁਸੀਂ ਅਵੋਇਡ ਕਰਦੇ ਹੋ, ਤੁਸੀਂ ਨਹੀਂ ਵਰਤੋਂ ਕਰਦੇ, ਫਿਰ ਇਹਨਾਂ ਦੀ ਜਗ੍ਹਾ ਤੇ ਕਿਹੜੀ ਪ੍ਰੋਸੈਸ ਆ ਜਾਂ ਕਿਹੜਾ ਮਟੀਰੀਅਲ ਹੈ ਜਿਹੜਾ ਤੁਸੀਂ ਵਰਤਦੇ ਹੋ ਤੇ ਜਿਨ੍ਹਾਂ ਦੇ ਕਰਕੇ ਜਿਹੜਾ ਸਪਰੇਅ ਖਾਦ ਦੀ ਲੋੜ ਨਹੀਂ ਪੈਂਦੀ? ਦੇਖੋ, ਜਿਹੜੀ ਖਾਦ ਦੀ ਤੁਸੀਂ ਗੱਲ ਕੀਤੀ ਆ, ਖਾਦ ਦੀ ਸਾਨੂੰ ਕੋਈ ਲੋੜ ਨਹੀਂ। ਅਸੀਂ ਬਣਾਉਂਦੇ ਜੀਵ ਅੰਮ੍ਰਿਤ। ਮੈਂ ਦੱਸ ਚੁੱਕਾ ਕਿ ਮਿੱਤਰ ਕੀਟ ਜਿਹੜੇ 85% ਰਾਤ ਦਿਨ ਸਾਡੀ ਖੇਤੀ ਵਾਸਤੇ ਕੰਮ ਕਰਦੇ ਆ। ਹਾਂਜੀ, ਉਹਦੇ ਵਿੱਚ ਧਰਤੀ ਦੇ ਵਿੱਚ ਰਹਿਣ ਵਾਲੇ ਵੀ ਆ, ਉਹਦੇ ਵਿੱਚ ਉੱਡਣ ਵਾਲੇ ਵੀ ਆ, ਪਾਣੀ 'ਚ ਵੀ ਰਹਿਣ ਵਾਲੇ ਵੀ ਆ,
ਔਰ ਇਹ ਸਾਰੇ ਜਿਹੜੇ 85% ਸਾਡੇ ਮਿੱਤਰ ਨੇ, 15% ਸਾਡੇ ਦੁਸ਼ਮਣ ਨੇ। ਔਰ ਇਹ ਜਿਹੜਾ ਅਸੀਂ ਮਤਲਬ ਜੀਵ ਅੰਮ੍ਰਿਤ ਬਣਾਉਂਦੇ ਆ, ਇਹ ਪਾਣੀ ਰਾਹੀਂ ਵੀ ਪਾਉਂਦੇ ਆ। ਔਰ ਉਹਦੇ ਵਿੱਚ ਮੈਂ ਪਹਿਲਾਂ ਦੱਸ ਚੁੱਕਾ ਕਿ 10 ਕਿਲੋ ਗੋਹਾ ਪਾਉਂਦੇ ਆ, 2 ਕਿਲੋ ਦਫਾੜ ਦਾਲਾਂ ਦਾ ਆਟਾ, ਪ੍ਰੋਟੀਨ ਵਾਸਤੇ, ਕਾਰਬੋਹਾਈਡਰੇਟਸ ਵਾਸਤੇ ਜਿਹੜਾ ਗੁੜ ਆ ਜਾਂ ਗੰਨੇ ਦਾ ਰਸ ਜਿਹੜਾ ਆ ਉਹ ਅਸੀਂ ਮਿਲਾ ਲੈਂਦੇ। ਜਾਂ ਤੁਸੀਂ ਮਿੱਠਾ ਫਰੂਟ, ਵੇਸਟ ਫਰੂਟ ਵੀ ਉਹਦੇ ਗੁੱਦਾ ਜਿਵੇਂ ਆ ਸੰਤਰੇ ਦਾ, ਮਾਲਟੇ ਦਾ, ਹੋਰ ਫਰੂਟ ਦਾ ਜੂਸ ਦਾ ਵੇਸਟ, ਉਹ ਵੀ ਅਸੀਂ ਚੱਕ ਕੇ ਲੈ ਆਉਂਦੇ, ਉਹ ਵੀ ਪਾ ਲੈਂਦੇ ਆ। ਤੇ ਇਸ ਤਰ੍ਹਾਂ ਕਰਕੇ ਕੀਟ ਦਾ ਜਿਹੜਾ ਬਦਲਿਆ ਉਹਦੇ ਵਿੱਚ ਅਸੀਂ ਨਿੰਮ ਦੇ ਪੱਤੇ ਆ, ਹਰੀ ਮਿਰਚ ਆ, ਦੇਸੀ ਅੱਕ ਆ, ਕਨੀਰ ਦੇ ਪੱਤੇ, ਜਾਮਨ ਦੇ ਪੱਤੇ, ਭਾਵ ਕੜਵੇ ਪੱਤੇ, ਸੜਕ ਤੁਗੀ, ਭੰਗ, ਦੇਸੀ ਅੰਗਰੇਜ਼ੀ ਅੱਕ, ਇਹਨਾਂ ਨੂੰ ਅਸੀਂ ਉਬਾਲ ਕੇ ਦੀ ਮਿਕਦਾਰ ਅਸੀਂ ਕਿਤਾਬ 'ਚ ਲਿਖੀ ਹੋਈ ਆ, ਐਡੀ ਬੁੱਕ ਆ। ਔਰ ਇਹ ਅਸੀਂ ਸਪਰੇਅ ਕਰਦੇ ਹਾਂ। ਔਰ ਫੰਗਸ ਵਾਸਤੇ ਅਸੀਂ ਲੱਸੀ ਦੀ ਸਪਰੇਅ ਕਰਦੇ ਹਾਂ। ਔਰ ਜਿਹੜਾ ਆਪਣਾ ਤੇਲਾ ਆ ਉਹਦੇ ਵਾਸਤੇ ਅਸੀਂ ਦੁੱਧ ਦੀ ਸਪਰੇਅ ਕਰਦੇ ਹਾਂ। ਜਬਰੈਲਿਕ ਜਿਹੜਾ ਅਸੀਂ ਪਾਥੀਆਂ ਤੋਂ ਤਿਆਰ ਕਰਦੇ ਹਾਂ। ਔਰ ਇਹ ਸਾਰਾ ਕੁਝ ਜਿਹੜਾ ਅਸੀਂ ਬੁੱਕ ਦੇ ਵਿੱਚ ਦਿੱਤਾ ਹੋਇਆ। ਔਰ ਸਾਨੂੰ 2007 ਤੋਂ ਅੱਜ ਤੱਕ ਕਦੀ ਵੀ ਜ਼ਰੂਰਤ ਨਹੀਂ ਪਈ ਕਿ ਸਾਨੂੰ ਕੋਈ ਫਰਟੀਲਾਈਜ਼ਰ ਚਾਹੀਦੀ ਆ, ਸਾਨੂੰ ਕੋਈ ਪੈਸਟੀਸਾਈਡ, ਇਨਸੈਕਟੀਸਾਈਡ, ਕੁਛ ਵੀ ਲੋੜ ਨਹੀਂ। ਆਪਣਾ ਦੇਸੀ ਤਰੀਕੇ ਦੇ ਨਾਲ ਖੇਤੀ ਕਰ ਰਹੇ ਹਾਂ। ਔਰ ਤਾਂ ਹੀ ਇੱਥੇ ਰੋਜ਼ ਜਿਵੇਂ ਅੱਜ ਸਾਡੇ ਕਿਸਾਨ ਵੀਰ ਬੈਠੇ ਹੋਏ ਆ, ਇਹ ਟ੍ਰੇਨਿੰਗ ਵੀ ਨੇ ਆਤਮਾ ਸਕੀਮ ਅਧੀਨ। ਔਰ ਉਹਨਾਂ ਦੇ ਨਾਲ ਸੀਨੀਅਰ ਜਿਹੜੇ ਆ ਏਡੀਓ ਸਾਹਿਬ, ਉਹ ਵੀ ਉੱਥੋਂ ਦੇ ਇੰਚਾਰਜ ਨੇ, ਉਹ ਲੈ ਕੇ ਉਹਨਾਂ ਨੂੰ ਨਾਲ ਆਏ ਨੇ। ਹੋਰ ਵੀ ਸਾਡੇ ਵੀਰ ਆਏ ਹੋਏ ਨੇ। ਔਰ ਉਹਨਾਂ ਨਾਲ ਵੀ ਤੁਸੀਂ 2 ਮਿੰਟ ਜ਼ਰੂਰ ਗੱਲ ਕਰਿਓ। ਹਾਂਜੀ। ਤੇ ਇਹ ਸਰ ਮੈਨੂੰ ਇੱਕ ਜਾਣਕਾਰੀ ਚਾਹੀਦੀ ਹੈ ਕਿ ਇਹਦੀ ਇਹ PDF ਦੇ ਵਿੱਚ ਹੈਗੀ ਆ ਜੀ? ਹਾਂ ਹੈਗੀ ਆ। ਇਹ ਕਿਹੜੇ ਪਲੇਟਫਾਰਮ ਤੇ ਪਈ ਹੋਈ ਜੀ? ਫਲਿੱਪਕਾਰਟ, ਐਮਾਜ਼ੋਨ ਜਾਂ ਕਿਹੜੇ ਕੋਈ ਹੋਰ ਪਲੇਟਫਾਰਮ ਤੇ ਹੈਗੀ? ਇਹ ਕਿਸਾਨ ਵੀਰ ਪੇ ਕਰਕੇ ਲੈ ਲੈਣ? ਨਹੀਂ ਪੇ ਕਰਨ ਦੀ ਲੋੜ ਨਹੀਂ। ਇਹ ਪਿੰਗਲਵਾੜਾ ਜਿੰਨਾ ਵੀ ਲਿਟਰੇਚਰ ਬਣਦਾ ਫ੍ਰੀ। ਠੀਕ ਹੈ। ਪਿੰਗਲਵਾੜੇ ਦੇ ਕੋਲ ਕੋਈ 450 ਪਬਲੀਕੇਸ਼ਨ। ਠੀਕ ਹੈ। ਹਾਂਜੀ, ਗੁਰਬਾਣੀ ਤੇ ਵੀ ਆ, ਔਰ ਧਾਰਮਿਕ ਬੁੱਕ ਵੀ ਨੇ, ਵਾਤਾਵਰਨ ਤੇ ਵੀ ਨੇ, ਪਾਣੀ ਤੇ ਵੀ ਨੇ, ਸਾਡੀ ਫੂਡ ਤੇ ਵੀ ਨੇ, ਔਰ ਮਨੁੱਖ ਦੀ ਨਿਤ ਕਰਨੀ ਅਜਿਹੀਆਂ ਬੁੱਕ ਵੀ ਨੇ। ਔਰ ਭਗਤ ਜੀ ਦੀਆਂ ਲਿਖੀਆਂ ਹੋਈਆਂ ਬਹੁਤ ਸਾਰੀਆਂ, ਇਹ ਹਮਾਰਾ ਜੀਵਨਾ। ਹਾਂਜੀ। ਔਰ ਜਿਹੜਾ ਇਹ ਭੈਣ ਇੰਦਰਜੀਤ ਕੌਰ ਹਰ ਸਾਲ 5-6 ਬੁੱਕਾਂ ਜਿਹੜੀਆਂ ਰਿਲੀਜ਼ ਕਰਦੇ ਆ, ਉਹ ਆਪ ਵੀ ਲਿਖਦੇ ਆ। ਸਰਦਾਰ ਮੁਖਤਾਰ ਸਿੰਘ ਗਰਾਇਆ ਸਾਡੇ ਡਿਵੀਜ਼ਨਲ ਟਾਊਨ ਪਲੈਨਰ ਆਉਂਦੇ ਸੈਕਟਰੀ ਆ, ਉਹ ਵੀ ਬੁੱਕ ਲਿਖਦੇ ਆ। ਹੋਰ ਜਿਹੜੇ ਵਿਗਿਆਨੀਆਂ ਦੇ ਅੱਛੇ ਵਿਚਾਰ ਪੇਪਰ 'ਚ ਵੀ ਆਉਂਦੇ ਆ, ਅਸੀਂ ਉਹ ਵੀ ਜਿਹੜੇ ਆ ਉਹ ਪੰਫਲੇਟ ਤਿਆਰ ਕਰਕੇ ਉਹਨਾਂ ਦੇ ਵਿਚਾਰ ਜਿਹੜੇ ਸੀ ਵਿਜੇ ਬੰਬੋਲੀ ਹਰੀ ਨੇ, ਜਿਵੇਂ ਸਾਡੇ ਵੀਰ ਨਵਾਂ ਜ਼ਮਾਨਾ ਤੋਂ ਬੈਠੇ ਹੋਏ ਨੇ ਸਕੀਰਾ ਸਾਹਿਬ, ਉਹਨਾਂ ਦੇ ਨੇ। ਔਰ ਇਸ ਤਰ੍ਹਾਂ ਕਰਕੇ ਅਸੀਂ ਸਮੇਂ-ਸਮੇਂ ਉਹਨਾਂ ਦੇ ਵਿਚਾਰ ਜਿਹੜੇ ਆ SS ਸ਼ੀਨਾ ਜੀ ਨੇ। ਹਾਂਜੀ, ਮਤਲਬ ਬਹੁਤ ਸਾਰੇ ਵਿਗਿਆਨੀ ਮੈਂ ਨਾਂ ਲੈਣ ਲੱਗਾ। ਸਰ ਉਹ ਜਿਹੜਾ ਲਿਟਰੇਚਰ ਆ, ਮੈਂ ਉਹਦੇ ਬਾਰੇ ਜਾਣਕਾਰੀ ਲੈਣਾ ਚਾਹੁੰਦਾ ਵੀ ਇਹ ਵੈਬਸਾਈਟ ਤੇ ਜਾ ਕੇ ਮਿਲੂਗਾ ਕਿ PDF ਮਿਲੂਗਾ ਜੀ? ਇਹ ਤੁਸੀਂ ਜਦੋਂ ਪਿੰਗਲਵਾੜੇ ਨੂੰ ਟੱਚ ਕਰੋਗੇ ਉਹਦੇ ਤੇ ਇਹ ਸਾਰਾ ਜਿਹੜਾ ਆ ਤੁਹਾਨੂੰ ਉਹ ਮਿਲ ਜੇਗਾ। ਹਾਂਜੀ, ਇਹਦੇ ਤੇ ਸਾਰੀ ਸਾਡੀ ਬੁੱਕ ਉਹਦੇ ਤੇ ਹੈਗੀ ਆ। ਅੱਜ ਕੱਲ੍ਹ ਮੀਡੀਆ ਨਾਲ ਸਾਰੇ ਲੋਕ ਜੁੜੇ ਹੋਏ ਆ, ਕਿਉਂਕਿ ਮੀਡੀਆ ਤੋਂ ਬਿਨਾਂ ਸਾਡਾ ਗੁਜ਼ਾਰਾ ਵੀ ਨਹੀਂ। ਹਾਂਜੀ, ਪਿੱਤਰ ਤੇ ਪਾਪੀ ਜਿਹੜਾ ਆ ਉਹ ਸਾਰਾ ਜਿਹੜਾ ਆ ਉਹਨੂੰ ਕਵਰ ਮੀਡੀਆ ਕਰਦਾ ਆ। ਹਾਂਜੀ, ਮੀਡੀਆ ਦਾ ਬਹੁਤ ਵੱਡੀ ਜ਼ਿੰਮੇਵਾਰੀ ਕਰਨਾ ਵੀ ਚਾਹੀਦਾ। ਇਸ ਚੀਜ਼ ਬਾਰੇ ਬੋਲਦਾ ਕਰਨਾ ਵੀ ਚਾਹੀਦਾ। ਘੱਟੋ ਘੱਟ ਲੋਕਾਂ ਨੂੰ ਇਹ ਤੇ ਖੌਫ ਹੈਗਾ ਨਾ ਮੈਂ ਗਲਤ ਕੰਮ ਕਰ ਰਿਹਾ, ਔਰ ਮੀਡੀਆ ਜਿਹੜਾ ਆ ਉਹ ਫਲੈਸ਼ ਕਰੇਗਾ ਇਹਨੂੰ ਗਲਤ ਕੰਮ ਨੂੰ, ਮੇਰੀ ਬਦਨਾਮੀ ਹੋਏਗੀ। ਹਾਂਜੀ, ਇਹ ਬਹੁਤ ਚੰਗੀ ਗੱਲ ਆ। ਮੀਡੀਆ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਹਮੇਸ਼ਾ, ਕਿ ਬਹੁਤ ਲੋਕਾਂ ਨੂੰ ਉਤੇਜਿਤ ਕੀਤਾ ਔਰ ਲੋਕਾਂ ਦੇ ਨੌਲੇਜ ਨੂੰ ਬਹੁਤ ਸਾਰਾ ਮੀਡੀਆ ਨੇ ਜਿਹੜਾ ਆ ਉਹ ਵਧਾਇਆ। ਕਿ ਥੋੜਾ ਸਾਡਾ ਮਿਸ਼ਨ ਇਹ ਹੈ ਕਿ ਅਸੀਂ ਪੋਜ਼ਿਟਿਵ ਜਿਹੜੀ ਜਾਣਕਾਰੀ ਆ, ਇੱਥੇ ਬਥੇਰਾ ਕੁਝ ਚੱਲਦਾ, ਗੈਂਗਸਟਰ ਜਿਹੜੀ ਇੱਕ ਵਾਰ ਚੱਲ ਰਹੀ ਆ, ਮੈਂ ਬਾਹਲਾ ਉਸ ਚੀਜ਼ ਬਾਰੇ ਖੁੱਲ੍ਹ ਕੇ ਨਹੀਂ ਗੱਲ ਕਰਦਾ, ਕਿਉਂਕਿ ਆਪਾਂ ਜਿੰਨੇ ਕੁਦਰਤੀ ਖੇਤੀ ਦੀ ਗੱਲਬਾਤ ਹੀ ਕਰਾਂਗੇ ਤਾਂ ਅਸੀਂ ਉਹ ਚੀਜ਼ਾਂ ਕਵਰ ਹੀ ਨਹੀਂ ਕਰਦੇ ਜੀ। ਨੈਗੇਟਿਵ ਕੋਈ ਅਸੀਂ ਖਬਰ ਕਵਰ ਹੀ ਨਹੀਂ ਕਰਦੇ। ਅਸੀਂ ਸਵੇਰੇ ਉੱਠਦੇ ਹਾਂ, ਖਬਰ ਸੁਣੀ ਜੀ ਫਲਾਣੇ ਦਾ ਬਿਆਨ ਆ ਗਿਆ ਜੀ, ਉਹਦੀ ਦੂਜੀ ਇੰਟਰਵਿਊ ਆ ਗਈ, ਤਾਂ ਕਿਤੇ ਨਾ ਕਿਤੇ ਨੈਗੇਟਿਵਿਟੀ ਸਾਡੇ ਅੰਦਰ ਦਿਨ ਚੜ੍ਹਦੇ ਅਸੀਂ ਫੋਨ ਵੇਖਦੇ ਹਾਂ ਚਾਹ ਨਾਲ, ਤੇ ਉਹ ਅੰਦਰ ਇਨਟੇਕ ਅਸੀਂ ਕਰ ਲੈਂਦੇ ਹਾਂ। ਅਸੀਂ ਚਾਹੁੰਦੇ ਹਾਂ ਵੀ ਹਰ ਵਾਰ ਸਾਡੀ ਵੀਡੀਓ ਦੇ ਵਿੱਚ ਇੱਕ ਜਾਣਕਾਰੀ ਹੋਵੇ, ਜਿੰਦੀ ਪੋਜ਼ਿਟਿਵਿਟੀ ਐਵੇਂ ਦੀ ਹੋਵੇ ਕਿ ਬੰਦਾ ਆਪਣੇ ਆਪ ਨੂੰ ਅਪਗ੍ਰੇਡ ਸਮਝੇ ਡੇਲੀ। ਤਾਂ ਆਪਾਂ ਸਰ ਜਿਵੇਂ ਕਿ ਆਪ ਜੀ ਨੇ ਸਾਨੂੰ ਵੀ ਦੱਸਿਆ ਆ ਕਿ ਸਰ ਵੀ ਆਏ ਹੋਏ ਆ, ਤਾਂ ਮੈਂ ਸਰ ਨਾਲ ਵੀ ਆਪਣੇ ਸਰੋਤਿਆਂ ਦੀ ਜਿਹੜੀ ਆ ਉਹ ਉਹਨਾਂ ਨੂੰ ਰੂਬਰੂ ਕਰਾਵਾਂਗਾ। ਕਿ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਜੇ ਅਸੀਂ ਇਹ ਮਿਥ ਲਈਏ ਕਿ ਸਾਡੇ ਨਾਲੋਂ ਸਾਰੇ ਚੰਗੇ ਆ, ਕੋਈ ਝਗੜਾ ਹੀ ਨਹੀਂ। ਗੁਰੂ ਗ੍ਰੰਥ ਸਾਹਿਬ ਪਵਿੱਤਰ ਗ੍ਰੰਥ ਸਾਡਾ, ਜਿਹਦੇ ਵਿੱਚ ਸਾਡਾ ਪਾਸਟ, ਪ੍ਰੈਜੈਂਟ, ਫਿਊਚਰ ਸਾਰਾ ਕੁਝ ਸਾਨੂੰ ਮਿਲੇਗਾ। ਹਾਂਜੀ, ਚਾਹੇ ਤੁਸੀਂ ਕਿਸੇ ਦੁੱਖ ਦੇ ਵੇਲੇ ਹੋ, ਚਾਹੇ ਤੁਸੀਂ ਸੁੱਖ ਦੇ ਵੇਲੇ ਹੋ,
ਚਾਹੇ ਤੁਸੀਂ ਕਿਸੇ ਵੀ ਮੌਕੇ ਤੇ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲੈ ਕੇ ਆਪਣੇ ਜੀਵਨ ਦੀ ਸਿਹਤ ਉਤੋਂ ਲੈ ਸਕਦੇ ਹੋ। ਬਿਲਕੁਲ ਬਿਲਕੁਲ ਜੀ, ਕਿਉਂਕਿ ਗੁਰੂ ਮਹਾਰਾਜ ਨੇ ਸਾਨੂੰ ਜਿਹੜੇ ਸਦਾ ਜਿਹੜੇ ਰਹਿੰਦੀ ਦੁਨੀਆ ਤੱਕ ਰਹਿਣਗੇ ਇਦਾਂ ਦੇ ਸਾਨੂੰ ਜਿਹੜੇ ਸਾਡੇ 11ਵੇਂ ਗੁਰੂ ਗ੍ਰੰਥ ਸਾਹਿਬ ਆ ਉਹਨਾਂ ਦੇ ਸਾਨੂੰ ਪਾਵਨ ਸ਼ਬਦ ਦਿੱਤੇ ਆ, ਉਹਨਾਂ ਨੂੰ ਅਸੀਂ ਅਪਣਾ ਕੇ ਆਪਣੀ ਜੀਵਨ ਜਾਚ ਜਿਹੜੀ ਉਹ ਬਦਲ ਸਕਦੇ ਹਾਂ। ਤਾਂ ਮੈਂ ਇੱਕ ਵਾਰ ਸਰ ਨਾਲ ਵੀ ਗੱਲ ਕਰਾਂਗਾ, ਫਿਰ ਉਸ ਤੋਂ ਬਾਅਦ ਲਾਸਟ ਵੀਡੀਓ ਦੇ ਵਿੱਚ ਇੱਕ ਸੰਦੇਸ਼ ਲਵਾਂਗੇ ਸਰ ਤੋਂ, ਤਾਂ ਫਿਰ ਆਪਾਂ ਵੀਡੀਓ ਦੀ ਸਮਾਪਤੀ ਵੱਲ ਜਾਵਾਂਗੇ। ਸਰ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਸਭ ਤੋਂ ਪਹਿਲਾਂ ਤੇ ਅੱਜ ਦੇ ਇਸ ਟੂਰ ਪ੍ਰੋਗਰਾਮ ਤੁਹਾਨੂੰ ਜੀ ਆਇਆਂ ਆਖਦਾ ਤੇ ਮੈਂ ਦੱਸਣਾ ਚਾਹਾਂਗਾ ਕਿ ਅਸੀਂ ਜ਼ਿਲ੍ਹਾ ਤਰਨਤਾਰਨ ਤੋਂ ਇਹ ਕਿਸਾਨ ਵੀਰ ਸਾਡੇ ਇੱਥੇ ਉਹਨੂੰ ਲੈ ਕੇ ਆਏ ਆ। ਇਹ ਆਤਮਾ ਸਕੀਮ ਤਹਿਤ ਇੱਕ ਡੈਸੀ ਪ੍ਰੋਗਰਾਮ ਚੱਲ ਰਿਹਾ ਹੈ ਨਬਾਰਡ ਮੈਨੇਜ ਵੱਲੋਂ, ਉਹਦੇ ਤਹਿਤ ਅੱਜ ਇਹਨਾਂ ਦਾ ਟੂਰ ਪ੍ਰੋਗਰਾਮ ਸੀਗਾ ਤੇ ਇਹਦੇ ਵਿੱਚ ਮਾਸਟਰ ਰਾਜਵੀਰ ਹੋਣਾ ਨੇ ਆਪਣਾ ਬਹੁਤ ਜ਼ਮੀਨੀ ਪੱਧਰ ਤੋਂ ਲੈ ਕੇ ਇੱਕ ਸਾਇੰਸ ਦਾ ਵਿਗਿਆਨ ਵੀ ਸਾਰਾ ਕਵਰ ਕੀਤਾ ਔਰ ਇਹ ਬਹੁਤ ਹੀ ਕੀਮਤੀ ਗਿਆਨ ਇਹਨਾਂ ਨੇ ਪ੍ਰਦਾਨ ਕੀਤਾ। ਸਰ ਮੈਂ ਜਿਸ ਮਿਸ਼ਨ ਦੇ ਜਾਂ ਕਿਹੜੀ ਤੁਸੀਂ ਸਕੀਮ ਕਹੀ ਹੈ ਸਰ, ਮੈਨੂੰ ਥੋੜਾ ਜਿਹਾ ਓਪਨਲੀ ਮਾੜਾ ਜਿਹਾ ਕਹਿ ਦਿਓ। ਹਾਂਜੀ, ਆਤਮਾ ਸਕੀਮ ਸਰ ਇਹ ਸਕੀਮ ਦੇ ਨਾਲ ਜੁੜ ਕੇ ਹੋਰ ਵੀ ਕਿਸਾਨ ਵੀਰ ਫਾਇਦਾ ਲੈ ਸਕਦੇ? ਹਾਂਜੀ, ਸਾਡਾ ਮੁੱਢਲਾ ਇਹ ਕੰਮ ਹੀ ਹੈ ਜੀ, ਕਿਸਾਨਾਂ ਵੀਰਾਂ ਨੂੰ ਉਹਨਾਂ ਦੇ ਤਕਨੀਕੀ ਗਿਆਨ 'ਚ ਵਾਧਾ ਕਰਨਾ ਤੇ ਉਹਨਾਂ ਨੂੰ ਨਵੀਂ ਟੈਕਨੋਲੋਜੀ ਨਾਲ ਜਾਣੂ ਕਰਾਉਣਾ। ਔਰ ਜਿਸ ਤਰ੍ਹਾਂ ਕਿ ਅੱਜ ਕੱਲ੍ਹ ਬੜਾ ਲੇਬਰ ਬਹੁਤ ਮਹਿੰਗੀ ਹੈ ਔਰ ਅਸੀਂ ਕਿਸਾਨਾਂ ਨੂੰ ਟੂਰ ਕਰਵਾਉਂਦੇ ਹਾਂ ਉੱਥੇ ਦੂਰ ਦਰਾਡੇ, ਜਿੱਥੇ ਉਹਨਾਂ ਨੂੰ ਕੋਈ ਨਵੀਂ ਟੈਕਨੋਲੋਜੀ ਨਾਲ ਜਾਣੂ ਕਰਾਉਂਦੇ ਹਾਂ, ਨਵੇਂ ਫਾਰਮਸ ਨਾਲ ਉਹਨਾਂ ਨੂੰ ਵਿਖਾਉਂਦੇ ਹਾਂ, ਨਵੀਂ ਜਿੱਥੇ ਨਵੇਂ ਤੋਂ ਨਵਾਂ ਕੋਈ ਕੰਮ ਦੇਸ਼ 'ਚ ਹੋ ਰਿਹਾ ਉਹ ਜਾਣੂ ਕਰਵਾਉਂਦੇ ਹਾਂ। ਇਹ ਸਰ ਜਿਹੜੀ ਸਕੀਮ ਨਾਲ ਜੁੜਨ ਦੇ ਲਈ ਆਪ ਜੀ ਆਪਣਾ ਨੰਬਰ ਜਾਂ ਸੰਸਥਾ ਜਾਂ ਔਰ ਉਹ ਆਰਗੇਨਾਈਜੇਸ਼ਨ ਉਹਦੀ ਮੇਲ ਜਾਂ ਨੰਬਰ ਤੁਸੀਂ ਬੋਲ ਕੇ ਪਲੀਜ਼ ਦੱਸ ਦਿਓ ਚੈਨਲ ਤੋਂ। ਜੀ ਇਹ ਤੇ ਇੱਕ ਗਵਰਨਮੈਂਟ ਹੈ, ਇਹ 'ਚ ਇੱਕ ਸਰਕਾਰੀ ਡਿਪਾਰਟਮੈਂਟ ਦੇ ਵਿੱਚ ਹੈ ਤੇ ਸਾਡਾ ਬਲਾਕ ਪੱਧਰ ਤੇ ਫਿਰ ਜ਼ਿਲ੍ਹਾ ਪੱਧਰ ਤੇ ਅਸੀਂ ਆਲਰੇਡੀ ਕਿਸਾਨਾਂ ਨਾਲ ਸਾਡਾ ਜਾਣੂ ਹੈ ਜੀ। ਹਾਂ, ਤੇ ਬਲਾਕ ਲੈਵਲ ਤੇ ਬਲਾਕ ਅਫਸਰ ਦੇ ਦਫ਼ਤਰ ਵਿੱਚ ਵੀ ਸਾਡੇ ਆਤਮਾ ਸਕੀਮ ਦਾ ਸਟਾਫ ਹੈ, ਉਹ ਕੰਮ ਕਰ ਰਿਹਾ ਹੈ ਔਰ ਉਹ ਡਾਇਰੈਕਟਲੀ ਫਾਰਮਰ ਨਾਲ ਅਟੈਚ ਹੈ। ਇਸੇ ਤਰ੍ਹਾਂ ਹੀ ਜ਼ਿਲ੍ਹਾ ਪੱਧਰ ਤੇ ਵੀ ਔਰ ਸਾਡੇ ਸਰਕਾਰੀ ਹੈਗੀ ਗਵਰਨਮੈਂਟ। ਤੁਸੀਂ ਸਰਕਾਰ ਦੁਆਰਾ ਇਹ ਚਲਾਈ ਗਈ ਸਕੀਮ ਆ ਜਿਹਦੇ ਅੰਡਰ ਤੁਸੀਂ ਨਾਲ ਬਹੁਤ ਸਾਰੇ ਕਿਸਾਨ ਵੀਰ ਜੋੜ ਕੇ ਜਿਹੜੀ ਆ ਵੱਖ-ਵੱਖ ਤਰ੍ਹਾਂ ਦੀ ਇਨਫੋਰਮੇਸ਼ਨ ਜਿਹੜੀ ਤੁਸੀਂ ਉਹਨਾਂ ਨੂੰ ਪ੍ਰੋਵਾਈਡ ਕਰਾਉਂਦੇ ਰਹਿੰਦੇ ਹੋ। ਸੋ ਬਹੁਤ ਵਧੀਆ ਜਾਣਕਾਰੀ ਸਰ ਉਹਨਾਂ ਨੇ ਦਿੱਤੀ ਹੈ ਤੇ ਬਹੁਤ ਵਧੀਆ ਸਕੀਮ ਜਿਹੜੀ ਹੈ ਲੈ ਕੇ ਆਏ ਨੇ ਜਿਹੜੇ ਗਵਰਨਮੈਂਟ ਵੱਲੋਂ। ਤਾਂ ਉਸ ਸਕੀਮ ਦੇ ਅਧੀਨ ਸਰ ਜਨਾਬ ਰਾਜਵੀਰ ਸਿੰਘ ਜੀ ਜਿਹੜੇ ਇੱਥੋਂ ਦੇ ਮੁੱਖ ਪ੍ਰਬੰਧਕ ਨੇ ਉਹਨਾਂ ਨਾਲ ਜੁੜ ਕੇ, ਹਾਂਜੀ ਚਲੋ ਉਹ ਤੁਹਾਡਾ ਸਰ ਨਿਮਾਣਾ ਪਾਣਾ ਤੁਸੀਂ ਕਹਿ ਦਿੰਦੇ ਹੋ, ਪਰ ਇਹ ਬਹੁਤ ਵੱਡਾ ਕਾਰਜ ਆ ਜੀ, ਕਿਉਂਕਿ ਮੈਂ ਆਪ ਜੀ ਦੇ ਮੁਖ ਤੋਂ ਇਹ ਵੀ ਚੀਜ਼ ਸੁਣੀ ਆ ਕਿ ਤੁਸੀਂ 12 ਕਿੱਲਿਆਂ ਦਾ ਪਿੰਡ ਵੀ ਬਾਗ ਲਾਇਆ। ਤਾਂ ਪਿੱਛੋਂ ਬਹੁਤ ਵਧੀਆ ਸਰਦੇ ਪੁੱਜਦੇ ਨੇ, ਪਰ ਇੱਕ ਸੇਵਾ ਭਾਵਨਾ ਇੱਕ ਦਿਲ 'ਚ ਹੈਗੀ ਆ, ਇੱਕ ਸੰਸਥਾ ਨਾਲ ਜੁੜੇ ਆ, ਤਾਂ ਉਹ ਇੱਕ ਪੀੜ ਆ, ਮਨੁੱਖਤਾ ਦੀ ਪੀੜ। ਤਾਂ ਉਹਦੇ ਕਰਕੇ ਇਹ ਬਹੁਤ ਸਾਰੀਆਂ ਜਿਹੜੀਆਂ ਫ੍ਰੀ ਆਫ ਕਾਸਟ ਜਿਹੜੀਆਂ ਸੇਵਾਵਾਂ ਜਿਹੜੀਆਂ ਬਹੁਤ ਸਾਰੇ ਕਿਸਾਨ ਵੀਰਾਂ ਨੂੰ ਦਿੰਦੇ ਆ। ਤੇ ਸਰ ਮੈਂ ਲਾਸਟ ਵਾਤਾਵਰਨ ਦੇ ਨਾਲ ਸੰਬੰਧਿਤ ਕੋਈ ਮੈਂ ਚਾਹਣਾ ਕਿ ਤੁਸੀਂ ਸਾਡੇ ਜਿਹੜੇ ਸਰੋਤੇ ਆ ਉਹਨਾਂ ਨੂੰ ਤੁਸੀਂ ਲਾਸਟ ਬਚਨ ਜਿਹੜਾ ਉਹ ਕਰਕੇ ਤੇ ਆਪਾਂ ਜਿਹੜੀ ਵੀਡੀਓ ਸਮਾਪਤ ਕਰੀਏ, ਤਾਂ ਕਰਕੇ ਉਹ ਸੇਧ ਲੈ ਕੇ ਆਪਣਾ ਆਲਾ ਦੁਆਲਾ ਵਾਤਾਵਰਨ ਜਾਂ ਉਹਨਾਂ ਦਾ ਨੈਚੁਰਲ ਤਰੀਕੇ ਨਾਲ ਖਾਣ ਪੀਣ ਜਿਹੜਾ ਵਿਗੜਿਆ ਹੋਇਆ ਜਾਂ ਸਮਾਜਿਕ ਪੱਧਰ ਕਿਸੇ ਨਾ ਕਿਸੇ ਤਰੀਕੇ ਨਾਲ ਇਨਬੈਲੈਂਸ ਹੋਇਆ ਉਹ ਠੀਕ ਕਰ ਲੈਣ। ਤਾਂ ਇਹ 2-3 ਵਿਸ਼ੇ ਆ, ਇਹਨਾਂ ਨੂੰ ਸਮ ਅਪ ਜਿਹਾ ਕਰਕੇ ਤੁਸੀਂ ਇੱਕ ਲਾਸਟ ਸੰਦੇਸ਼ ਸਾਡੇ ਸਰੋਤਿਆਂ ਨੂੰ ਦੇ ਦਿਓ ਜੀ। ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਾਂਗਾ ਕਿਸਾਨ ਵੀਰਾਂ ਨੂੰ ਕਿ ਹਰ ਜ਼ਿਲ੍ਹੇ ਦੇ ਵਿੱਚ ਚੀਫ ਐਗਰੀਕਲਚਰ ਆਫਿਸਰ ਦਾ ਦਫ਼ਤਰ ਜਿਹੜਾ ਹੈਗਾ ਉੱਥੇ ਸਟਾਫ ਹੈਗਾ। ਉਸ ਤੋਂ ਬਾਅਦ ਬਲਾਕ ਪੱਧਰ ਤੇ ਤਹਿਸੀਲ ਪੱਧਰ ਤੇ ਵੀ ਉਹਨਾਂ ਦੇ ਨੁਮਾਇੰਦੇ ਜਿਹੜੇ ਸਾਡੇ ਏਡੀਓ ਵੀਰ ਬਲਾਕ ਐਗਰੀਕਲਚਰ ਅਫਸਰ ਬੈਠੇ ਨੇ, ਉਹਨਾਂ ਕੋਲੋਂ ਇਹ ਸਾਰੀ ਜਾਣਕਾਰੀ ਔਰ ਉਹਨਾਂ ਦਾ ਇੰਜੀਨੀਅਰਿੰਗ ਵਿੰਗ ਵੀ ਆ, ਚੰਗੀ ਮਸ਼ੀਨ ਔਰ ਸਬਸਿਡੀ ਤੇ ਕਿਹੜੀ ਮਸ਼ੀਨ ਅਸੀਂ ਕਦੋਂ ਪ੍ਰਾਪਤ ਕਰ ਸਕਦੇ ਹਾਂ, ਇਹ ਸਾਰੀ ਜਾਣਕਾਰੀ ਜਿਹੜੀ ਆ ਤੁਹਾਨੂੰ ਚੀਫ ਐਗਰੀਕਲਚਰ ਅਫਸਰ ਦੇ ਦਫ਼ਤਰ ਤੋਂ ਜਿਹੜੀ ਆ ਉਹ ਮਿਲ ਸਕਦੀ ਆ। ਤੁਸੀਂ ਕਦੀ ਸਾਇਲ ਡਿਪਾਰਟਮੈਂਟ ਨਾਲ ਸੰਪਰਕ ਕਰਨਾ, ਉਹ ਵੀ ਤੁਹਾਨੂੰ ਉਹ ਦੱਸ ਦੇਣਗੇ ਕਿ ਉਹ ਆਫਿਸ ਕਿੱਥੇ ਹੈਗਾ ਆ। ਉਹ ਸਾਡੇ ਵਿੱਚੋਂ ਨੇ, ਆਪਣੇ ਨੇ ਸਾਰੇ, ਉਹਨਾਂ ਦਾ ਸਹਿਯੋਗ ਲੈ ਸਕਦੇ ਆ। ਦੂਜੀ ਵਾਤਾਵਰਨ ਦੀ ਆਪਾਂ ਗੱਲ ਕੀਤੀ ਆ, ਔਰ ਵਾਤਾਵਰਨ ਜੇ ਡਿਸਟਰਬ ਆ ਤੇ ਅਸੀਂ
ਚੈਨ ਦੀ ਨੀਂਦ ਨਹੀਂ ਲੈ ਸਕਦੇ, ਚੈਨ ਦਾ ਜੀਵਨ, ਚੰਗਾ ਜੀਵਨ ਜਿਹੜਾ ਆ ਉਹ ਨਹੀਂ ਬਿਤਾ ਸਕਦੇ। ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ, ਹੁਣ ਵੀ ਬੇਨਤੀ ਕੀਤਾ ਕਿ ਰੁੱਖ ਲਾਓ। ਮਨੁੱਖ ਹੈ ਤਾਂ ਰੁੱਖ ਹੈ, ਮਨੁੱਖ ਹੈ, ਜੇ ਰੁੱਖ ਨਹੀਂ ਤੇ ਮਨੁੱਖ ਨਹੀਂ। ਇਸ ਕਰਕੇ ਇਹ ਬਹੁਤ ਸਾਡੇ ਵਾਸਤੇ ਜ਼ਰੂਰੀ ਆ ਕਿ ਆ ਜਿਹੜਾ ਮਹੀਨਾ, ਸਾਉਣ ਦਾ ਮਹੀਨਾ ਚੜਿਆ, ਹੁਣ ਜਿਹੜਾ ਮਹੀਨਾ ਇਸ ਵੇਲੇ ਜੁਲਾਈ ਅਗਸਤ ਆਉਣਾ ਆ, ਇਹਦੇ ਵਿੱਚ ਸਾਨੂੰ ਰੁੱਖ ਜਿਹੜੇ ਆ ਉਹ ਆਂਦੇ ਭਰ ਦਿਓ ਧਰਤੀ ਨੂੰ ਰੁੱਖਾਂ ਦੇ ਨਾਲ। ਇਸ ਮਹੀਨੇ ਦੇ ਵਿੱਚ ਬਿਲਹਾਰੀ ਕੁਦਰਤ ਵਸਿਆ, ਔਰ ਇਹ ਬੜਾ ਜ਼ਰੂਰੀ ਆ ਕਿ ਹਰ ਪ੍ਰਾਣੀ ਦਾ ਫਰਜ਼ ਬਣਦਾ ਆ ਕਿ ਕੀ ਮੈਂ ਬੱਚੇ ਦਾ ਵਿਆਹ ਕੀਤਾ ਆ, ਰੁੱਖ ਲਾਏ ਆ, ਜਿਹੜੇ ਬੱਚੇ ਵਿਆਹੇ ਉਹਨਾਂ ਕੋਲ ਰੁੱਖ ਲਵਾਇਆ ਆ, ਕੀ ਮੈਂ ਮਾਤਾ ਪਿਤਾ ਦੀ ਅੰਤਮ ਅਰਦਾਸ ਕੀਤੀ ਆ ਉਹਦੇ ਵਿੱਚ ਮੈਂ ਕੋਈ ਰੁੱਖ ਲਾਇਆ ਆ, ਔਰ ਅਸੀਂ ਕੋਈ ਗੁਰੂ ਸਾਹਿਬ ਦਾ ਦਿਹਾੜਾ ਮਨਾ ਰਹੇ ਆ, ਸਾਡਾ ਫਰਜ਼ ਬਣਦਾ ਆ, ਔਰ ਅਸੀਂ ਕੀ ਕੋਈ ਦਰਖਤ ਜਿਹੜਾ ਆ ਪੇੜ ਪੌਦਾ ਲਾਇਆ ਆ। ਔਰ ਸਕੂਲਾਂ ਕਾਲਜਾਂ ਨੂੰ ਮੇਰੀ ਬੇਨਤੀ ਆ, ਅਧਿਆਪਕਾਂ ਨੂੰ ਬੇਨਤੀ ਆ ਕਿ ਤੁਸੀਂ ਰੁੱਖ ਜ਼ਰੂਰ ਲਾਓ, ਔਰ ਸਾਧੂ ਮਹੰਤਾਂ ਨੂੰ ਵੀ ਮੇਰੀ ਬੇਨਤੀ ਆ ਵੀ ਸਾਰਿਆਂ ਨੂੰ, ਜਿਵੇਂ ਬਾਬਾ ਜੀ ਖਡੂਰ ਸਾਹਿਬ ਵਾਲੇ ਮਿਹਨਤ ਕਰ ਰਹੇ ਨੇ, ਰੁੱਖ ਲਾ ਰਹੇ ਨੇ ਸੜਕਾਂ ਦੇ ਉੱਤੇ, ਉਹ ਰੁੱਖਾਂ ਨੂੰ ਜਲਣ ਤੋਂ, ਰੁੱਖਾਂ ਨੂੰ ਪਾਣੀ ਵੀ ਪਾ ਰਹੇ ਆ, ਬਚਾਅ ਕਰ ਰਹੇ ਆ, ਔਰ ਦਿਨ ਰਾਤ ਇੱਕ ਸਿਕਿਉਰਿਟੀ ਦਾ ਕੰਮ ਜਿਹੜਾ ਆ ਉਹਨਾਂ ਦੇ ਬੰਦੇ ਜਿਹੜੇ ਆ ਦਿਨ ਰਾਤ ਬਾਬਾ ਜੀ ਦੇ ਕਰਦੇ, ਬਾਬਾ ਸੇਵਾ ਸਿੰਘ ਜੀ ਦੇ। ਇਵੇਂ ਦੂਜੇ ਮਹਾਂਪੁਰਸ਼ਾਂ ਨੂੰ ਬੇਨਤੀ ਆ ਕਿ ਤੁਸੀਂ ਵੀ ਤਗੜੇ ਹੋ ਕੇ ਇਸ ਪਾਸੇ, ਜਿਵੇਂ ਪਿੰਗਲਵਾੜਾ ਬਾਬਾ ਜੀ ਲੱਗੇ ਹੋਏ ਆ, ਬਾਬਾ ਸੀਚੇਵਾਲ ਜੀ ਵੀ, ਉਹਨਾਂ ਕੋਲ ਵੀ ਸਾਨੂੰ ਜਾਣਦਾ, ਸਾਡੇ ਕੋਲ ਆਏ ਨੇ ਕਈ ਵਾਰ, ਮੌਕਾ ਮਿਲਦਾ, ਉਹ ਵੀ ਬਹੁਤ ਸਾਰਾ ਉੱਥੇ ਕੰਮ ਕਰ ਰਹੇ ਆ। ਵਹੀਂ ਦੀ ਸਫਾਈ ਵਾਸਤੇ ਕੀਤਾ, ਪਾਣੀ ਨੂੰ ਸਾਫ਼ ਕਰਨ ਵਾਸਤੇ ਉਹਨਾਂ ਨੇ ਕੰਮ ਕੀਤਾ, ਔਰ ਰੁੱਖਾਂ ਵਾਸਤੇ ਵੀ ਉਹਨਾਂ ਨੇ ਬਹੁਤ ਸਾਰਾ ਕੰਮ ਕੀਤਾ। ਇਵੇਂ ਸਾਨੂੰ ਸਾਰਿਆਂ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ। ਸਮੁੱਚੀ ਕਾਇਨਾਤ ਜਿਹੜੀ ਆ, ਕਰ ਭਲਾ ਹੋ ਭਲਾ, ਅੰਤ ਭਲੇ ਦਾ ਭਲਾ। ਬਹੁਤ ਬਹੁਤ ਸਾਰੇ ਵੀਰਾਂ ਦਾ ਔਰ ਟੀਵੀ ਚੈਨਲ ਦਾ ਮੈਂ ਔਰ ਸਮੂਹ ਵੀਰਾਂ ਦਾ ਧੰਨਵਾਦ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।